ਸਵਾਗਤ ਹੈ ਦੋਸਤੋ। ਪੰਜਾਬੀ ਬੁਲੇਟਿਨ ਦੇ ਪ੍ਰੋਗਰਾਮ ਇੰਜ ਵੀ ਪੜ੍ਹਿਆ ਜਾ ਸਕਦਾ ਹੈ ਸਾਹਿਤ, ਜਾਂ ਜਿਵੇਂ ਮੈਂ ਸਾਹਿਤ ਨੂੰ ਪੜ੍ਹਦਾ ਹਾਂ ਇੱਕ ਪਾਠਕ ਦੇ ਤੌਰ 'ਤੇ, ਜਾਂ ਜਿਵੇਂ ਸਾਹਿਤ ਮੇਰੇ ਮਨ 'ਚ ਪੈਰਲਲ ਟੈਕਸਟ ਤੁਰਦੀ ਹੈ ਸਾਹਿਤ ਪੜ੍ਹਦੇ ਹਾਂ। ਉਹ ਟੈਕਸਟ ਦੇ ਰੂਪ 'ਚ ਵੀ ਹੋ ਸਕਦੀ ਹੈ, ਉਹ ਫਿਲਮ ਦੇ ਰੂਪ 'ਚ ਵੀ ਹੋ ਸਕਦੀ ਆ, ਉਹ ਨਾਵਲ, ਕਹਾਣੀ, ਕਵਿਤਾ, ਨਾਟਕ, ਨਰਿਤ, ਸੰਗੀਤ, ਗੀਤ, ਮਿਊਜ਼ਿਕ, ਵਟਐਵਰ ਕੁਛ ਵੀ ਹੋ ਸਕਦਾ। ਉਹ ਜੋ ਤੁਹਾਡੇ ਮਨ ਦੇ ਵਿੱਚ ਚੱਲਣ ਲੱਗ ਪੈਂਦਾ ਸਾਹਿਤ ਪੜ੍ਹਦੇ ਹਾਂ। ਅੱਜ ਮੇਰੇ ਮਨ 'ਚ ਸੀ ਸਾਡੇ ਬੜੇ ਸੀਨੀਅਰ ਨਾਵਲਕਾਰ, ਬੜੇ ਔੜ ਦੇ ਬੀਜ ਤੋਂ ਲੈ ਕੇ ਦੋ ਭਾਗਾਂ ਤੋਂ ਲੈ ਕੇ ਆਖਰੀ ਪਿੰਡ ਦੀ ਕਥਾ ਤੋਂ ਬਾਅਦ ਬੋਲ ਮਰਦਾਨਿਆਂ, ਔਰ ਉਹਦੇ ਤੋਂ ਬਾਅਦ ਉਹਨਾਂ ਦਾ ਨਾਵਲ ਆਇਆ ਹੈ ਆਖਰੀ ਬਾਬੇ, ਜਸਵੀਰ ਮੰਡ ਹੋਰੀ। ਇਹ ਨਾਵਲ ਹੈ। ਇਸ ਨਾਵਲ 'ਤੇ ਮੇਰਾ ਮਨ ਸੀ, ਮੈਂ ਇਹ ਨਾਵਲ ਪੜ੍ਹਿਆ। ਮੇਰੇ ਵੱਡੇ ਭਰਾ ਨੇ ਜਰਨਲਿਜ਼ਮ ਦੇ ਬੜਾ ਸੂਖਮ ਨਾਮ ਮਦਨਦੀਪ ਹੋਰੀ, ਉਹ ਮੈਨੂੰ ਇਹ ਨਾਵਲ ਬੜੀ ਪਿਆਰ ਦੇ ਨਾਲ, ਕਿਉਂਕਿ ਜਸਵੀਰ ਮੰਡ ਹੋਰਾਂ ਦੇ ਦੋਸਤ ਨੇ, ਉਹ ਨਾਵਲ ਮੈਨੂੰ ਇਹ ਦੇ ਗਿਆ ਸੀ ਅਤੇ ਮੈਂ ਉਨੀ ਹੀ ਮੁਹੱਬਤ ਦੇ ਨਾਲ, ਉਨੀ ਸ਼ਿੱਦਤ ਦੇ ਨਾਲ ਇਹ ਨਾਵਲ ਪੜ੍ਹਿਆ। ਰੁਚੀ ਹੈ ਮੇਰੀ, ਮੈਂ ਪੜ੍ਹਦਾ ਹੀ ਹਾਂ, ਮੈਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਸਿਵਾਏ ਪੜ੍ਹਨ ਦੇ। ਤਾਂ ਮੇਰਾ ਮਨ ਕੀਤਾ ਇਸ ਨਾਵਲ ਬਾਰੇ ਗੱਲਾਂ ਕਰਾਂ। ਦੋ ਕਾਰਨ ਹੈਗੇ ਨੇ ਮੇਰੇ ਸਾਹਮਣੇ। ਕੁਝ ਲੋਕ ਨਾਵਲਾਂ 'ਤੇ ਕੰਮ ਕਰਦੇ ਨੇ, ਸਾਡੇ ਥਿੰਕਰ, ਚਿੰਤਕ, ਆਲੋਚਕ, ਸਾਡੇ ਵਿਦਵਾਨ ਲੋਕ ਜਿਨ੍ਹਾਂ ਦਾ ਫਿਕਸ਼ਨ 'ਤੇ ਕੰਮ ਹੈ, ਜਿਨ੍ਹਾਂ ਨੇ PhDs ਕੀਤੀਆਂ ਹੋਈਆਂ ਨੇ, ਜਿਹੜੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਨੇ, ਉਹ ਆਪਣਾ ਕੰਮ ਕਰਦੇ ਨੇ। ਮੈਂ ਜਿਵੇਂ ਪੜ੍ਹਦਾ ਹਾਂ, ਮੇਰਾ ਉਹ ਕੰਮ ਨਹੀਂ, ਮੇਰਾ ਕਿਸਬ ਨਹੀਂ। ਮੈਂ ਤਾਂ ਪਾਠਕ ਦੇ ਤੌਰ ਦੇ ਉੱਤੇ, ਸਾਹਿਤ ਦੇ ਪਾਠਕ ਦੇ ਤੌਰ ਦੇ ਉੱਤੇ ਜਿਵੇਂ ਕਿਤਾਬਾਂ ਨੂੰ ਦੇਖਦਾ, ਉਵੇਂ ਤੁਹਾਡੇ ਨਾਲ ਮੈਂ ਗੱਲਾਂ ਕਰ ਦਿੰਦਾ। ਗੱਲਾਂ ਤਾਂ ਹੋ ਜਾਂਦੀਆਂ, ਮੈਂ ਪੱਤਰਕਾਰ ਹਾਂ, ਮੈਂ 24 ਘੰਟੇ ਕੈਮਰੇ ਦੇ ਮੂਹਰੇ ਰਹਿਣਾ ਅਤੇ ਮੈਨੂੰ ਕੋਈ ਹਿਚਕ ਆਉਂਦੀ ਨਹੀਂ। ਇਹ ਨਾਵਲ ਆਖਰੀ ਬਾਬੇ ਜਸਵੀਰ ਮੰਡ ਹੋਰਾਂ ਦਾ ਮੇਰਾ ਡਿਸਕਸ ਕਰਨ ਦਾ ਇਰਾਦਾ ਇਹ ਸੀ ਕਿ ਇਹ ਨਾਵਲ ਪੜ੍ਹਦੇ ਆ ਮਨ 'ਚ ਸਵਾਲ ਆਏ, ਬਹੁਤ ਸਾਰਾ ਕੁਝ ਪੜ੍ਹਦੇ ਆ ਮਨ 'ਚ ਸਵਾਲ ਬਾਰ-ਬਾਰ ਆਉਂਦੇ ਹੀ ਆ ਵੀ ਆਇਆ ਭਾਈ ਸਾਹਿਤ ਦਾ ਅਤੇ ਆਮ ਲਿਖਾਵਟ ਦਾ। ਕੋਈ ਵੀ ਬੰਦਾ ਉੱਠਦਾ ਚੱਕ ਕੇ ਲਿਖਣ ਲੱਗ ਪਵੇ, ਇਹ ਜੀ ਮੈਂ ਨਾਵਲ ਲਿਖਤਾ, ਇਹ ਮੈਂ ਕਹਾਣੀ ਲਿਖਤੀ, ਇਹ ਮੈਂ ਕਵਿਤਾ ਲਿਖਤੀ, ਉਹਦਾ ਅਤੇ ਇੱਕ ਸਾਹਿਤਕਾਰ ਦਾ ਲਿਖੇ ਹੋਏ ਦਾ, ਔਰ ਜਿਹਦਾ ਵਾਰ-ਵਾਰ ਰਿਆਜ਼ ਹੋਇਆ ਹੋਵੇ। ਆਇਆ ਕੋਈ ਮਤਲਬ ਕੋਈ ਸਾਹਿਤਿਕ ਭਾਸ਼ਾ ਹੁੰਦੀ ਹੈ, ਜਾਂ ਨਾਵਲ ਦੀ ਕੋਈ ਆਪਣੀ ਭਾਸ਼ਾ ਹੁੰਦੀ ਹੈ, ਉਣਤਰ ਬਣਤਰ ਜਾਂ ਜੋ ਵੀ ਹੈ ਉਹਦਾ ਕੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਇਹਦੀ ਭਾਸ਼ਾ ਜਿਹੜੀ ਉਹ ਪੱਤਰਕਾਰਤਾ ਵਰਗੀ ਹੈ, ਤਾਂ ਇਹਦਾ ਮਤਲਬ ਉਹ ਸਾਹਿਤਿਕ ਭਾਸ਼ਾ ਨਹੀਂ ਆ, ਤਾਂ ਉਹਦਾ ਸਾਹਿਤਿਕ ਮੁੱਲ ਕਿਤੇ ਨਾ ਕਿਤੇ ਘਟ ਗਿਆ। ਜਾਂ ਇਹ ਨਾਵਲ ਜਿਹੜਾ ਆਇਆ ਆ, ਇਹ ਹੈ ਜੀ, ਇਹ ਇਸ ਤਰੀਕੇ ਆ ਜਿਵੇਂ ਟਰੈਵਲੌਗ, ਕੋਈ ਯਾਤਰਾ ਸੰਸਮਰਨ ਲਿਖ ਦਿੱਤਾ ਹੋਵੇ। ਓਹੋ, ਇਹਦਾ ਮਤਲਬ ਯਾਤਰਾ ਸੰਸਮਰਨ ਲਿਖ ਦਿੱਤਾ ਗਿਆ, ਤੁਹਾਨੂੰ ਮਹਿਸੂਸ ਹੋ ਰਿਹਾ, ਅਤੇ ਇਹਦਾ ਮਤਲਬ ਯਾਤਰਾ ਸੰਸਮਰਨ ਦੇ ਵਿੱਚ ਅਤੇ ਨਾਵਲ ਦੀ ਲਿਖਤ 'ਚ, ਬਨਾਵਟ 'ਚ, ਫਿਕਰਿਆਂ 'ਚ, ਪਹਿਰਿਆਂ 'ਚ, ਪਾਤਰ ਨੂੰ ਘੜਨ 'ਚ, ਉਹਦੀਆਂ ਮਨੋਕਲਪਨਾਵਾਂ, ਚੇਤਨਾਵਾਂ, ਚਿੰਤਾਵਾਂ, ਸੰਵੇਦਨਾਵਾਂ ਸਾਰੀਆਂ ਫੜਨ 'ਚ ਕਿਤੇ ਤੁਸੀਂ ਉੱਕ ਗਏ, ਨਾਵਲ ਤੋਂ ਉੱਕ ਗਏ ਤੁਸੀਂ। ਤਾਂ ਫਿਰ ਮੇਰੇ ਹੋਰ ਬਹੁਤ ਸਾਰੇ ਐਸਾ ਕੰਪੈਰੀਟਿਵਲੀ, ਕਿਉਂਕਿ ਇਹ ਨਾਵਲ ਜਦੋਂ ਮੈਂ ਪੜ੍ਹਿਆ ਮੈਨੂੰ ਲੱਗਾ ਯਾਰ ਇਦੋਂ ਪਿਆਰਾ ਲਿਟਰੇਰੀ ਪੀਸ, ਇਹਦਾ ਇੱਕ ਵੀ ਸੈਂਟੈਂਸ ਤੁਸੀਂ ਛੱਡ ਨਹੀਂ ਸਕਦੇ, ਇਹ ਇੰਨਾ ਇੰਪੋਰਟੈਂਟ ਹੈ। ਹਰ ਸੈਂਟੈਂਸ, ਹਰ ਪੈਰਾ, ਜਿਸ ਸਬਜੈਕਟ ਨੂੰ ਲੈ ਕੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਤੁਸੀਂ ਉਹ ਉਸੇ ਸਬਜੈਕਟ 'ਤੇ ਖੜੇ ਨੇ, ਜਿਸ ਬਿੰਦੂ ਤੋਂ ਸ਼ੁਰੂ ਹੁੰਦੇ ਨੇ ਉੱਥੇ ਹੀ ਖੜੇ ਨੇ, ਬਾਰ-ਬਾਰ ਉਹੀ ਰਿਪੀਟ ਹੋ ਰਹੀ, ਉਹੀ ਦੁੱਖ, ਉਹੀ ਸਟੈਗਨੇਸ਼ਨ ਲਾਈਫ ਦੀ, ਉਹੀ ਉਹ ਸਾਰਾ ਕੁਛ, ਮਤਲਬ ਜਿੱਦਾਂ ਤੁਸੀਂ ਮਿੱਥ ਕੇ ਲਿਖਣਾ ਸ਼ੁਰੂ ਕਰਦੇ, ਪਰ ਉਹ ਲਿਖਦਿਆਂ ਤੁਸੀਂ ਮਤਲਬ ਘੱਟੋ ਘੱਟ ਇੱਕ ਸਦੀ ਦੇ ਉਹਨਾਂ ਮੁਹਾਵਰਿਆਂ ਨੂੰ, ਉਹਨਾਂ ਜੀਵਨ ਜਾਚਾਂ ਨੂੰ, ਉਹਨਾਂ ਜੀਵਨ ਅਨੁਭਵਾਂ ਨੂੰ, ਉਹਨਾਂ ਮਿੱਟੀ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ, ਉਹਦਾ ਕੁਦਰਤ ਨਾਲ ਕਿਸਾਨੀ ਦੇ ਰਿਸ਼ਤਿਆਂ ਨੂੰ, ਕਿਸਾਨੀ ਦੇ ਪਾਣੀ ਨਾਲ ਰਿਸ਼ਤਿਆਂ ਨੂੰ, ਕੈਸੇ ਫਿਕਰੇ ਆ, ਅੰਦਰ ਪਾਣੀ ਮਿੱਟੀ ਨਾਲ ਮਿਲ ਕੇ ਧਰਤੀ ਦੀ ਦਾਈ ਬਣ ਜਾਂਦਾ। ਮਾਈ ਗॉड ਯਾਰ, ਐਸੇ ਫਿਕਰੇ, ਐਸੇ ਸੈਂਟੈਂਸ। ਤਾਂ ਮੈਨੂੰ ਲੱਗਾ ਕਿ ਯਾਰ ਜਦੋਂ ਅਸੀਂ ਸੈਂਟੈਂਸ, ਪੈਰਾਗ੍ਰਾਫ, ਉਹਦੀ ਡੈਪਥ, ਉਹਦੀ ਉਡਾਨ,
ਉਹਦੀ ਬਿੰਬਾਵਲੀ, ਉਹਦੇ ਪ੍ਰਤੀਕ, ਉਹਦਾ ਮੈਟਾਫੋਰ, ਜਦੋਂ ਅਸੀਂ ਇਹ ਸਾਰਾ ਦੇਖਦੇ ਹਾਂ ਤਾਂ ਤੁਹਾਨੂੰ ਲੱਗਦਾ ਇਦੋਂ ਰਿਚ ਰਚਨਾ ਨਹੀਂ ਹੋ ਸਕਦੀ। ਜਦੋਂ ਮੈਂ ਕੰਟੈਂਟ ਤੇ ਆਉਣਾ ਕਿ ਉਹ ਭਾਈ ਇਹ ਤਾਂ ਖੜੋਤ ਦਾ ਸ਼ਿਕਾਰ ਹੈ, ਇਹ ਤਾਂ ਪਿਛਲਖੁਰੀ ਹੈ ਸਾਹਿਤਕਾਰ ਜਿਹੜਾ ਹੈ। ਇਹ ਤਾਂ ਜਿਹੜੀ ਦੇਖੋ ਸਮਾਜ ਦੇ ਵਿੱਚ ਤਬਦੀਲੀ ਆਉਣੀ ਹੀ ਆਉਣੀ ਹੈ। ਮੈਂ ਬਹੁਤ ਸਾਰੇ ਸਾਡੇ ਲੋਕ ਆਪਣੇ ਸੱਭਿਆਚਾਰ ਨੂੰ ਬਾਂਗਾ ਮਾਰ-ਮਾਰ ਰੋਂਦੇ ਦੇਖੇ ਨੇ। ਸੁਰਜੀਤ ਪਾਤਰ ਹੋਰਾਂ ਨੇ ਕਵਿਤਾ ਲਿਖੀ ਮਾਂ ਬੋਲੀ ਦੇ ਨਾਂ ਤੇ, ਉਹ ਸਾਡਾ ਧੰਮੀ ਬੇਲਾ ਕਿੱਥੇ ਗਿਆ, ਉਹ ਬੁੱਢੀ ਬੇਲਾ ਕਿੱਥੇ ਗਿਆ, ਉਹ ਲੌਢਾ ਬੇਲਾ ਕਿੱਥੇ ਗਿਆ, ਉਹ ਜਿਹੜੇ ਵੀ ਬੇਲਿਆਂ ਨੂੰ ਬਿਲਖੜਦੇ ਮੈਨੂੰ ਲੱਗੇ। ਮੈਂ ਕਿਹਾ ਨਹੀਂ ਯਾਰ, ਇਹ ਨਹੀਂ ਆ, ਇਹ ਤਾਂ ਨਵੇਂ ਦੀ ਐਕਸੈਪਟੈਂਸ ਨਹੀਂ ਹੈ। ਸਮਾਜ ਤਾਂ ਚੇਂਜ ਹੋ ਗਿਆ। ਧੰਮੀ ਵੇਲੇ ਮਧਾਣੀਆਂ ਚਾਟੀਆਂ ਨੂੰ ਗੁਰਭਜਨ ਗਿੱਲ ਹੋਰੀ ਲੱਭੀ ਜਾਂਦੇ ਨੇ। ਮੈਂ ਬੜਾ ਸਤਿਕਾਰ ਕਰਦਾ ਇਹਨਾਂ ਲੋਕਾਂ ਦਾ, ਪਰ ਮੈਂ ਕਿਤੇ ਸਾਨੂੰ ਸਤਿਕਾਰ ਦੇ ਨਾਲ ਕਿਤੇ ਕ੍ਰਿਟਿਸਿਜ਼ਮ ਵੀ ਕਰਨਾ ਪਏਗਾ ਸਾਨੂੰ। ਯਾਰ ਚੇਂਜ ਹੋਣਾ ਆ, ਸਮਾਜ ਨੇ ਵਿਕਾਸ ਕਰਨਾ ਹੁੰਦਾ ਆ, ਸਮਾਜ ਪਿਛਲਖੁਰੀ ਨਹੀਂ ਹੁੰਦਾ। ਤਾਂ ਜਸਵੀਰ ਮੰਡ ਹੋ ਰਹੀ ਵੀ ਮੈਨੂੰ ਜਦੋਂ ਉਹਨਾਂ ਨੇ ਆਖਰੀ ਬਾਬੇ, ਮਤਲਬ ਤੁਸੀਂ ਡਿਫਾਈਨ ਕਰ ਦਿੱਤਾ ਕਿ ਇਹ ਜਿਹੜੇ ਬਾਬੇ ਨੇ ਇਹ ਆਖਰੀ ਨੇ ਤੇ ਇਹਨਾਂ ਨੇ ਮਰ ਜਾਣਾ, ਜਾਂ ਮਰ ਗਏ ਨੇ, ਜਾਂ ਮਰ ਜਾਂਦੇ ਨੇ। ਦੂਜੇ ਕਾਂਡ ਦੇ ਵਿੱਚ ਹੀ ਇੱਕ ਬਾਬਾ ਮਰ ਜਾਂਦਾ ਆ ਤੇ ਉਹਦੀ ਉਹ ਖਬਰ ਲੈਣ ਜਾਂਦਿਆਂ ਨੂੰ ਜਿਸ ਤਰੀਕੇ ਦੇ ਇਸ ਬਾਬੇ ਬਿਰਸੇ ਦੇ ਨਾਂ ਦੇ ਉੱਤੇ ਕਰੈਕਟਰ ਘੜ ਕੇ ਉਹ ਖਬਰ ਲੈਣ ਜਾਂਦਾ ਆ ਤੇ ਉਹਨੂੰ ਜਿਸ ਤਰੀਕੇ ਦੇ ਉਹ ਸਾਰੇ ਉਹਦੇ ਨਾਲ ਜੀ ਜਿਹੜੀਆਂ ਸਮਾਜਿਕ ਸਾਂਝਾਂ ਮਰ ਗਈਆਂ ਲੱਗਦੀਆਂ ਨੇ, ਸਾਂਝੇ ਲਫ਼ਜ਼ ਮਰ ਗਏ ਲੱਗਦੇ ਨੇ, ਉਹਨੂੰ ਬਿੜਕਾਂ ਸਾਂਝੀਆਂ ਮਰ ਗਈਆਂ ਲੱਗਦੀਆਂ ਨੇ, ਪਰਛਾਵੇਂ ਸਾਂਝੇ ਮਰ ਗਏ ਲੱਗਦੇ ਨੇ, ਆਵਾਜ਼ਾਂ ਸਾਂਝੀਆਂ ਮਰ ਗਈਆਂ ਲੱਗਦੀਆਂ ਨੇ, ਅਫਸੋਸ ਕਰਨ ਦੇ ਢੰਗ ਸਾਂਝੇ ਮਰ ਗਏ ਲੱਗਦੇ ਨੇ। ਉਹਨੂੰ ਸਾਰੇ ਦਾ ਸਾਰਾ ਐਂ ਲੱਗਦਾ ਵੀ ਕੁਛ ਐਸਾ ਉਥਲ ਪੁਥਲ, ਐਸਾ ਭੁਚਾਲ ਤੂਫਾਨ, ਐਸਾ ਕੋਈ ਨਰਕ, ਕੁੰਭੀ ਨਰਕ ਚੜਿਆ ਆ ਗਿਆ ਆ ਜਿਹਨੇ ਸਾਰਾ ਕੁਛ ਨਿਗਲ ਲਿਆ ਆ। ਤੇ ਜੋ ਕੁਛ ਆਇਆ ਆ ਉਹ ਸਾਰਾ ਇੰਨਾ ਨੈਗੇਟਿਵ ਔਰ ਇੰਨਾ ਇਕੱਲਪੁਣੇ ਨਾਲ ਭਰਿਆ ਹੋਇਆ, ਇੰਨਾ ਉਜੱਡਪੁਣੇ ਨਾਲ ਭਰਿਆ ਹੋਇਆ, ਇੰਨਾ ਡਿਸਰਿਸਪੈਕਟ ਨਾਲ ਭਰਿਆ ਹੋਇਆ, ਜਿਹਦੇ ਤੇ ਵੱਡਿਆਂ ਦੀ ਰਿਸਪੈਕਟ ਨਹੀਂ ਰਹੀ। ਤੁਹਾਨੂੰ ਪਹਿਲੇ ਕਾਂਡ ਤੋਂ ਹੀ ਤੁਹਾਡਾ ਕਾਲਜੇ ਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਆ, ਜਾਂ ਪਹਿਲੇ ਕਾਂਡ ਤੋਂ ਹੀ ਉਹ ਬਾਬੇ ਦੀ ਪੁੱਤ ਦੀ ਪੋਤੇ ਦੀ ਇੱਕ ਬਹਿਸ ਸ਼ੁਰੂ ਕਰਾ ਦਿੰਦਾ, ਜਿਹੜੀ ਉਹ ਬਹਿਸ ਐਂਡ ਤੱਕ ਤੁਹਾਨੂੰ ਇਸ ਨਾਵਲ ਦੇ ਵਿੱਚ ਚੱਲਦੀ ਜਿਹੜੀ ਆ ਉਹ ਨਜ਼ਰ ਆਉਂਦੀ ਆ। ਹੁਣ ਵਿਕਾਸ ਦੇ ਨਾਂ ਤੇ ਆਈਡੀਓਲੋਜੀ, ਕਿਉਂਕਿ ਪੋਲੀਟਿਕਸ ਵੀ ਹੁੰਦੀ ਹੈ, ਆਈਡੀਓਲੋਜੀਕਲ ਕਮਿਟਮੈਂਟ ਵੀ, ਤੁਹਾਡੀ ਵਿਚਾਰਧਾਰਕ ਪਹੁੰਚ ਵੀ ਹੁੰਦੀ ਆ। ਰਾਈਟਰ ਦੀ ਜਸਵੀਰ ਮੰਡ ਹੋਰਾਂ ਨੂੰ ਅਸੀਂ ਐਂ ਤਾਂ ਨਹੀਂ ਵੇਲਿਆਂ ਛੱਡ ਸਕਦੇ ਹਨ ਕੁਛ ਕਹਿ ਕੇ ਕਿ ਇਹਨਾਂ ਦੀ ਵਿਚਾਰਧਾਰਾ ਨਹੀਂ ਹੈ ਜਾਂ ਕੀ ਜੋ ਸੋ ਨਹੀਂ ਹੈ। ਜੇ ਬੋਲ ਮਰਦਾਨਿਆਂ ਲਿਖਦੇ ਨੇ, ਇਹਨਾਂ ਨੂੰ ਲੋੜ ਪੈ ਜਾਂਦੀ ਹੈ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਜਿਹੜੀ ਸਪੇਸ ਇੱਕ ਨਜ਼ਰ ਆਉਣ ਲੱਗ ਪਈ ਸੀ ਉਹਨਾਂ ਨੂੰ ਕਿ ਇਹ ਸਪੇਸ ਹੈ ਸਾਡੇ ਤੇ ਮਰਦਾਨੇ ਤੇ ਨਾਨਕ ਵਿਚਾਲੇ ਤੇ ਸਿੱਖੀ ਵਿਚਾਲੇ, ਸੋ ਕੱਲ ਅੱਜ ਦੀ ਵਿਚਾਲੇ ਉਹ ਡਿਬੇਟ, ਸੰਵਾਦ ਦੀ ਸਪੇਸ ਖਤਮ ਹੋ ਗਈ ਹੈ। ਤਾਂ ਉਹ ਸੰਵਾਦ ਪੈਦਾ ਕਰਕੇ ਆਪਣਾ ਨਾਵਲ ਲਿਖਦੇ ਨੇ। ਸੋ ਆਖਰੀ ਪਿੰਡ ਦੀ ਕਥਾ ਦੇ ਵਿੱਚ ਵੀ ਬਹੁਤ ਸਾਰੇ ਐਸੇ, ਉਹਨਾਂ ਨੇ ਔੜ ਦੇ ਬੀਜ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉਠਾ ਚੁੱਕੇ ਨੇ ਉਹ। ਤਾਂ ਮੈਂ ਮੇਰੇ ਫਿਰ ਦੋ ਗੱਲਾਂ ਆ ਗਈਆਂ ਕਿ ਆਇਆ ਭਾਈ ਤੁਹਾਨੂੰ ਉਹਦੀ ਸਾਹਿਤਿਕਤਾ, ਉਹਦੇ ਸਾਹਿਤਿਕ ਗੁਣ ਹੋਣ ਦੇ ਬਾਵਜੂਦ ਵੀ ਉਹਦੇ ਬੀਜ ਜਿਹੜੇ ਪਏ ਨੇ, ਉਹ ਜੋ ਕਹਿਣਾ ਚਾਹੁੰਦੇ ਹਨ ਰਾਈਟਰ, ਜੋ ਕਹਿਣਾ ਚਾਹੁੰਦਾ ਆ, ਜਿੱਥੇ ਉਹ ਖੜਾ ਆ, ਜਿੱਥੇ ਉਹ ਖੜ ਕੇ ਸਮਾਜ ਨੂੰ ਦੇਖਦਾ ਆ, ਉਹਦੇ ਵਿੱਚ ਵੀ ਉਹਦੇ ਵਿੱਚ ਆਣ ਕੇ ਤੁਹਾਨੂੰ ਕਿਤੇ ਕਾਣ ਨਜ਼ਰ ਆਉਣ ਲੱਗ ਪਈ ਆ, ਉਹਦੇ ਵਿੱਚ ਆਣ ਕੇ ਤੁਹਾਨੂੰ ਖੜੋਤ ਨਜ਼ਰ ਆਉਣ ਲੱਗ ਪਈ, ਉਹਦੇ ਕਿਤੇ ਆਣ ਕੇ ਤੁਹਾਨੂੰ ਇਹ ਲੱਗਣ ਲੱਗ ਪਿਆ ਕਿ ਇਹ ਨਹੀਂ, ਇਹ ਤਾਂ ਵਿਕਾਸ ਦੇ ਨਾਂ ਦੇ ਉੱਤੇ ਹੀ ਇਹਨੇ ਆਖਰੀ ਬਾਬਿਆਂ ਨੂੰ ਬਚਾਉਂਦਿਆਂ ਸਮਾਜ ਨੂੰ ਦੇਖਣ ਵਾਲੀ ਅੱਖ ਦੇ ਵਿੱਚ ਹੀ ਟੀਰ ਆ ਗਿਆ। ਕੋਈ ਐਸੀ ਗੱਲ ਆ ਗਈ ਜਿਹਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਹੈ ਕਿ ਨਹੀਂ ਭਾਈ ਇਹ ਨਹੀਂ ਹੁੰਦਾ ਹੈ, ਜੇ ਇਹ ਆਇਆ ਹੈ ਤਾਂ ਇਹ ਕਿਉਂ ਆਇਆ ਹੈ, ਜੇ ਨਹੀਂ ਆਇਆ ਹੈ ਤਾਂ ਕਿਉਂ ਨਹੀਂ ਆਇਆ ਹੈ। ਉਹਦੇ ਐਨਾਲਿਸਿਸ 'ਚ ਪੈਣ ਦੀ ਬਜਾਏ ਤੁਸੀਂ ਰੁਦਨ ਕਰਨ ਲੱਗ ਪਓ, ਤੁਸੀਂ ਰੋਣ ਲੱਗ ਪਏ ਉਹਨਾਂ ਬਾਬਿਆਂ ਨੂੰ, ਜਾਂ ਉਹਨਾਂ ਬਾਬਿਆਂ ਦੇ ਨਾਲ ਹੀ ਖੜ ਕੇ ਤੇ ਦੂਜੀਆਂ ਦੋ ਪੀੜ੍ਹੀਆਂ ਤੁਸੀਂ ਉਹਨਾਂ ਦੀਆਂ ਆਪਣੀਆਂ ਲੋੜਾਂ, ਉਹਨਾਂ ਦੀਆਂ ਕਾਢਾਂ, ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਸੰਕਟ, ਉਹਨਾਂ ਸਾਹਮਣੇ ਸਮਾਜਿਕ ਲੜਾਈਆਂ, ਉਹਨਾਂ ਸਾਹਮਣੇ ਵਿਕਾਸ ਮਾਡਲ ਦੀਆਂ ਲੜਾਈਆਂ, ਉਹਨਾਂ ਸਾਹਮਣੇ ਟੈਕਨੀਕ ਦੀਆਂ ਲੜਾਈਆਂ। ਅੱਜ ਤਾਂ ਇੰਨੀ ਤੀਬਰ ਗਤੀ ਦੇ ਨਾਲ ਜਿਹੜਾ ਅਸੀਂ ਕਿੰਨੇ ਤੇਜ਼ ਹੋ ਗਏ ਆ। ਭਾਰਤ ਨੇ ਤਾਜ਼ਾ ਮਿਜ਼ਾਈਲ ਲਾਂਚ ਕੀਤੀ ਹੈ ਆਪਣੀ, ਉਹ ਆਵਾਜ਼ ਦੀ ਗਤੀ ਦੇ 6 ਗੁਣਾ ਵੱਧ ਤਿੱਖੇ ਰੂਪ ਦੇ ਵਿੱਚ ਜਾਂਦੀ ਹੈ। ਜਾਣੀ ਇੱਥੋਂ ਛੱਡੀਏ ਤੇ 3 ਮਿੰਟਾਂ 'ਚ ਦਿੱਲੀ,
ਅੱਜ ਅਸੀਂ ਰਫਾਲ ਜਹਾਜ਼ ਲਾਂਚ ਕੀਤੇ ਨੇ ਜਿਹੜੇ ਫਰਾਂਸ ਤੋਂ ਲੈ ਕੇ ਆਏ, ਉਹ ਆਵਾਜ਼ ਦੀ ਗਤੀ ਦੇ 2 ਗੁਣਾ ਜ਼ਿਆਦਾ ਜਾਂਦੇ ਨੇ। ਅਸੀਂ ਇਸ ਦੌਰ ਦੇ ਵਿੱਚ ਆ। ਅਸੀਂ ਅੱਜ ਅਸੀਂ ਇੰਟਰਨੈਟ ਦੇ ਦੌਰ ਦੇ ਵਿੱਚ ਆ। 1 ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਬੋਲੂੰਗਾ ਤਾਂ ਮੈਂ ਪੂਰੇ ਵਰਲਡ ਦੇ ਵਿੱਚ ਸੁਣਾਈ ਦੇਣ ਲੱਗ ਪਾਂਗਾ। ਅਸੀਂ ਹੁਣ ਜੇ ਕਹੀਏ ਮੈਂ ਹਾਥੀ ਤੇ ਜਾਣਾ, ਘੋੜਿਆਂ ਤੇ ਜਾਣਾ, ਜਾਂ ਪੈਦਲ ਰੁੱਕਾ ਲੈ ਕੇ ਜਾਣਾ ਆ, ਜੋ ਉਸ ਬ੍ਰਾਹਮਣ ਵਾਂਗ ਜਿਹੜਾ ਬੁੱਢਾ ਹੋ ਜਾਂਦਾ ਸੀ ਮੰਗਣੀ ਦੇ ਰੁੱਕੇ ਦੇਣ ਗਿਆ ਹੀ। ਸੋ ਸਾਨੂੰ ਇਸ ਦੌਰ ਨੂੰ ਪੰਚਡ, ਤੁਸੀਂ ਵਿਕਾਸ ਨੂੰ, ਜੇ ਵਿਕਾਸ ਨੇ ਮਨੁੱਖ ਨੂੰ ਸੁੱਖ ਦਿੱਤਾ ਹੈ ਤਾਂ ਭਾਈ ਉਹਨੂੰ ਦੇਖਣਾ ਬਣਦਾ ਹੈ। ਨੋ ਡਾਊਟ ਇਹਦੀਆਂ ਆਪਣੀਆਂ ਲਿਮਿਟੇਸ਼ਨ, ਇਹਦੀਆਂ ਆਪਣੀਆਂ ਕੰਟਰਾਡਿਕਸ਼ਨਸ ਹੁੰਦੀਆਂ ਨੇ। ਕਿਉਂ ਨਹੀਂ ਹੁੰਦੀਆਂ ਹੈਗੀਆਂ? ਉਹ ਕੰਟਰਾਡਿਕਸ਼ਨਸ ਜ਼ਹਿਰਾਂ ਦੇ ਰੂਪ ਦੇ ਵਿੱਚ ਸਾਡੇ ਅਸੀਂ ਚੱਲ ਰਹੇ ਹਾਂ ਹਰੀ ਕ੍ਰਾਂਤੀ ਤੋਂ ਬਾਅਦ ਦਾ। ਫਿਰ ਉਹਦੇ ਵਿੱਚ ਦੋਸ਼ ਕਿਹਦੇ ਹੁੰਦੇ ਨੇ ਉਹ ਵੀ ਸਾਨੂੰ ਦੇਖਣਾ ਪਊਗਾ। ਸਾਡੀ PAU ਨੂੰ ਅਸੀਂ ਕਿੱਥੇ ਰੱਖ ਕੇ ਦੇਖਣਾ ਆ, ਤੇ ਅਸੀਂ ਆਪਣੀਆਂ ਸਰਕਾਰਾਂ ਨੂੰ ਕਿੱਥੇ ਰੱਖ ਕੇ ਦੇਖਣਾ, ਅਸੀਂ ਉਹਨਾਂ ਸਾਇੰਟਿਸਟਾਂ ਨੂੰ ਕਿੱਥੇ ਰੱਖ ਕੇ ਦੇਖਣਾ ਜਿਨ੍ਹਾਂ ਨੇ ਉਹ ਬੀਜਾਂ, ਉਹਨਾਂ ਕੀਟਨਾਸ਼ਕਾਂ, ਉਹਨਾਂ ਸਾਰੀਆਂ ਨੂੰ ਅਸੀਂ ਕੈਂਸਰ ਪੱਟੀ ਬਣਾ ਲਿਆ। ਅਸੀਂ ਕਿਸਾਨਾਂ ਨੂੰ ਕਿੱਥੇ ਰੱਖ ਕੇ ਦੇਖਣਾ ਹੈ ਕਿ ਅਸੀਂ ਜੇ ਸਬਰ ਸੰਤੋਖ ਗਵਾਇਆ ਤੁਸੀਂ ਕਹਿੰਦੇ ਆ, ਤੇ ਭਾਈ ਤੁਸੀਂ ਲਾਲਚ, ਮੁਨਾਫੇ ਦਾ ਲਾਲਚ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਕਟ ਪੈਦਾ ਕਰ ਦਿੱਤਾ ਆ। ਤਾਂ ਭਾਈ ਇਹਨੂੰ ਇਸ ਤਰੀਕੇ ਐਨਾਲਿਸਿਸ ਕਰਨਾ ਪਏਗਾ। ਇਹ ਨਹੀਂ ਕਿ ਉਹ ਪੀੜ੍ਹੀ ਚੰਗੀ ਸੀ ਇਹ ਮਾੜੀ ਹੈ, ਜਾਂ ਉਹ ਮਾੜੀ ਸੀ ਇਹ ਚੰਗੀ ਹੈ। ਇਸ ਤਰੀਕੇ ਪੀੜ੍ਹੀਆਂ ਦੇ ਭੇਡ ਦੇ ਵਿੱਚੋਂ ਫਿਰ ਤੁਸੀਂ ਇੱਥੇ ਤੱਕ ਪਹੁੰਚ ਜਾਂਦੇ ਆ ਕਿ ਤੁਹਾਨੂੰ ਫਿਰ ਉਹ ਜੇ ਕੋਈ ਵਿਆਹ ਕਰ ਲਿਆ, ਉਹਨੂੰ ਲਵ ਮੈਰਿਜ ਕਰ ਲਈ ਆ, ਉੱਥੇ ਤੱਕ ਤੁਹਾਨੂੰ ਓਬਜੈਕਸ਼ਨ, ਤੀਜੀ ਪੀੜ੍ਹੀ ਤੇ ਆਣ ਕੇ ਤੁਹਾਨੂੰ ਇੰਨੀਆਂ ਜ਼ਿਆਦਾ ਓਬਜੈਕਸ਼ਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਮੈਂ ਜਿੱਥੇ ਇਹ ਦੇਖਦਾ ਵੀ ਬਾਬਾ ਜਸਵੀਰ ਹੋਰੀ ਆਖਰੀ ਬਾਬੇ ਬਾਰੇ ਲਿਖਦਿਆਂ ਇੰਨੇ ਗਹਿਨ, ਇੰਨੇ ਉਹ ਜਦੋਂ ਪੰਜਾਬੀ ਰਹਿਤਲ ਨੂੰ ਅਸੀਂ ਦੇਖਦੇ ਹਾਂ, ਕਿਸਾਨੀ ਦੀ ਰਹਿਤਲ ਨੂੰ ਦੇਖਦੇ ਹਾਂ, ਤਾਂ ਉਹ ਸਾਰੇ ਦਾ ਸਾਰਾ 100 ਸਾਲ ਦਾ, ਲਗਭਗ 1 ਸਦੀ ਦਾ ਉਹ ਔਲੂ ਵਗਦੇ, ਉਹ ਪਾਣੀਆਂ ਨਾਲ ਸਾਂਝ, ਉਹ ਟਟੀਰੀਆਂ ਨਾਲ ਸਾਂਝ, ਉਹ ਪਸ਼ੂ ਪੰਛੀ। ਉਹ ਮੈਂ ਦੇਖ ਰਿਹਾ ਸੀਗਾ ਵੀ ਉਹ ਪਾਣੀ ਬਾਰੇ ਗੱਲ ਕਰਦੇ ਨੇ। ਉਹ ਕਹਿੰਦੇ ਕਿ ਪਾਣੀ ਨਾਲ ਸਾਂਝ ਦੀ, ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ ਵੀ ਉਹ ਜਿਹੜਾ ਉਹਦਾ ਇੰਨਾ ਅਦਬ ਕਰਦੇ ਆ ਵੀ ਉਹ ਪਾਣੀ ਮਿੱਟੀ ਨਾਲ ਮਿਲ ਕੇ ਧਰਤੀ ਦੀ ਦਾਈ ਬਣ ਜਾਂਦਾ ਹੈ। ਤਾਂ ਉੱਥੇ ਫੇਰ ਸਵਾਲ ਪਾਉਂਦੇ ਵੀ ਭਾਈ ਖੂਹ ਤੋਂ ਡਰ ਕਾਹਤੇ ਲੱਗਦਾ ਹੈ? ਤਾਂ ਉਹਦੇ ਵਿੱਚ ਡਾਇਲੋਗ ਹੈ ਕਿ ਖੜਾ ਖਵਾਜਾ ਗੁੱਸੇ 'ਚ ਹੁੰਦਾ ਹੈ। ਵਾਹਿਗੁਰੂ। ਹੁਣ ਇਹ ਅਹਿਸਾਸ, ਇੰਨੇ ਬਰੀਕ ਅਹਿਸਾਸ ਉਹਨੂੰ ਜਾਂ ਇਹਦੇ ਵਿੱਚ ਉਹ ਗੱਲ ਕਰਦਿਆਂ ਮੈਂ ਪੜਾਂਗਾ ਪੈਰਾ ਵੀ ਉਹ ਬਾਬਾ ਜਾ ਰਿਹਾ ਤੇ ਉਹਦੇ ਪੈਰਾਂ ਦੇ ਵਿੱਚ ਜਿਹੜੇ ਨੱਪ ਹੋ ਰਹੇ ਨੇ ਉਹ ਟੀਨ ਨੇ, ਜਿਹੜੇ ਪੈਪਸੀ ਕੋਲਾ, ਤੇ ਜੋ ਸਾਡੇ ਸੱਭਿਆਚਾਰ 'ਚ ਆ ਗਿਆ ਉਹਨੂੰ ਉਹ ਮਿੱਧਦਾ ਆ, ਉਹਨੂੰ ਨਿੰਦਦਾ ਆ। ਤੇ ਉਹਨੂੰ ਨਿੰਦਦਿਆਂ ਉਹਦੇ ਪੈਰਾਂ ਹੇਠ ਪਹਿਲਾਂ ਕੀ ਹੁੰਦਾ ਸੀਗਾ, ਧਰਤੀ ਤੇ ਰੋੜੇ, ਤੇ ਉਹ ਸਾਰੇ ਦੇ ਸਾਰੇ ਉਹਨੂੰ ਸੈਲੀਬ੍ਰੇਟ ਕਰਦਾ ਪੈਰ ਦੇ ਉੱਤੇ। ਉਹ ਇਸੇ ਹੀ ਗੱਲ ਦਾ ਲੈ ਕੇ ਉਹ ਲੱਗੇ ਨੇ। ਮੈਂ ਹੁਣ ਗੱਲ ਕਰ ਰਿਹਾ, ਦੋ ਮੇਰੇ ਸਾਹਮਣੇ ਨੁਕਤੇ ਆ ਗਏ ਕਿ ਭਾਈ ਇੱਕ ਤਾਂ ਫਾਰਮ ਦੀ ਪੱਧਰ ਦੇ ਉੱਤੇ, ਭਾਸ਼ਾਈ ਪੱਧਰ ਦੇ ਉੱਤੇ ਸਾਹਿਤਿਕਤਾ ਕੀ ਹੈ, ਸਾਹਿਤਿਕਤਾ ਦੀ ਪੱਧਰ ਦੇ ਉੱਤੇ। ਦੂਜਾ ਹੁਣ ਆ ਗਿਆ ਕੰਟੈਂਟ ਦੀ ਪੱਧਰ ਦੇ ਉੱਤੇ, ਵੀ ਜੇ ਕੰਟੈਂਟ ਮਾੜਾ ਤਾਂ ਫੇਰ ਕੀ ਉਹ ਰਚਨਾ ਸਾਬਤ ਹੋ ਜਾਂਦੀ ਵਧੀਆ। ਤਾਂ ਮੇਰੇ ਸਾਹਮਣੇ ਸਵਾਲ ਇਹ ਜਿਹੜੇ ਨਾ ਬਹੁਤ ਸਾਰੇ ਐਸੇ ਨਾਵਲਾਂ ਨੂੰ ਲੈ ਕੇ ਮੈਂ ਰੀਥਿੰਕ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਯਾਰ ਅਸੀਂ ਦੇਖਦੇ ਨਹੀਂ। ਮਸਲਨ ਮੇਰੇ ਸਾਹਮਣੇ ਸਭ ਤੋਂ ਵੱਧ ਕਾਫੀ ਗਿਣਤੀ 'ਚ ਪੜ੍ਹੇ ਜਾਣ ਵਾਲਾ ਨਾਵਲਕਾਰ ਮੇਰੇ ਸਾਹਮਣੇ ਬਲਵੀਰ ਪਰਵਾਨਾ ਹੋਰੀ ਆ ਗਏ। ਤਾਂ ਮੈਂ ਉਹਨਾਂ ਦੇ ਨਾਵਲਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਕਿ ਆਇਆ ਦੇਖੋ, ਸਾਨੂੰ ਇੱਕ ਲਫ਼ਜ਼ ਪ੍ਰਤੀ, ਇੱਕ ਕਰੈਕਟਰ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਦੇ ਹਾਂ, ਸਾਨੂੰ ਉਹਦੇ ਪ੍ਰਤੀ ਜਵਾਬਦੇਹੀ ਹੁੰਦੀ ਆ। ਤਾਂ ਮੈਂ ਦੇਖਿਆ ਕਿ ਉਹਨਾਂ ਦੇ ਕੰਟੈਂਟ ਨਾਲ ਕਿਤੇ ਸਹਿਮਤੀਆਂ ਵੀ ਬਣ ਜਾਂਦੀਆਂ ਨੇ, ਫਿਰ ਵੀ ਕਿਤੇ ਨਾ ਕਿਤੇ ਉਹ ਤੁਹਾਨੂੰ ਇੱਕ ਫਲੋ, ਜੀਵਨ ਦੇ ਫਲੋ 'ਚ ਨਜ਼ਰ ਆਏਗਾ। ਪਰ ਜਦੋਂ ਮੈਂ ਉਹਦੀ ਸਾਹਿਤਿਕਤਾ ਦੀ ਗੱਲ ਕਰਦਾ ਤਾਂ ਮੈਨੂੰ ਸਾਹਿਤਿਕਤਾ ਉਹਦੇ ਵਿੱਚੋਂ ਫਿਰ ਲੱਭੀ ਨਹੀਂ। ਮੈਂ ਕਿਹਾ ਯਾਰ ਕੰਟਰਾਡਿਕਸ਼ਨਸ ਵੀ ਹੋ ਸਕਦੀਆਂ, ਉਹਦੇ ਨਾਲ ਅਸਹਿਮਤੀਆਂ ਵੀ ਹੋ ਸਕਦੀਆਂ, ਜਸਵੀਰ ਮੰਡ ਹੋਰਾਂ ਨਾਲ ਮੇਰੀਆਂ ਅਸਹਿਮਤੀਆਂ ਹੋ ਸਕਦੀਆਂ, ਪਰ ਇਹ ਨਹੀਂ ਕਿਹਾ ਜਾ ਸਕਦਾ ਇਹ ਸਾਹਿਤ ਨਹੀਂ ਹੈ। ਫਿਰ ਜੇ ਉਹਦੇ ਵਿੱਚ ਵੀ ਅਸਹਿਮਤੀਆਂ ਹਨ ਤੇ ਉਹਦੇ ਵਿੱਚੋਂ ਤੁਹਾਨੂੰ ਕੋਈ ਫਿਕਸ਼ਨਲ ਐਲੀਮੈਂਟ ਨਹੀਂ ਲੱਭਦਾ, ਮੈਨੂੰ ਤਾਂ ਨਹੀਂ ਲੱਭਦਾ, ਮੈਨੂੰ ਲੱਭਿਆ ਨਹੀਂ। ਮੈਂ ਸਾਰੇ ਕੋਸ਼ਿਸ਼ ਕੀਤੀ, ਮੈਂ ਦੁਬਾਰਾ ਰੀਡ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਇਹਨਾਂ ਦੇ ਪੈਰੇ ਬਾਅਦ ਪੜ੍ਹ ਕੇ ਸੁਣਾਵਾਂਗਾ, ਕਿਉਂਕਿ ਜਦੋਂ ਸਾਹਿਤਿਕਤਾ ਦੀ ਗੱਲ ਆਏਗੀ ਤਾਂ ਇੱਕ ਅੱਧਾ ਪੈਰਾ ਮੈਂ ਪੜ੍ਹ ਹੀ ਦਿੰਦਾ ਕਿ ਇਹਨਾਂ ਦੀ ਸਾਹਿਤਿਕਤਾ ਨੂੰ ਮੈਂ ਕਿਸ ਤਰੀਕੇ ਦੇਖਦਾ ਹਾਂ ਕਿ ਸਾਹਿਤ ਕੀ ਹੁੰਦਾ ਹੈ। ਮੈਂ ਇੱਕ ਪੈਰਾ ਪੜ੍ਹਦਾ, ਤੁਸੀਂ ਦੇਖਿਓ ਵਾਟ ਇਜ਼ ਲਿਟਰੇਚਰ, ਵਾਟ ਇਜ਼ ਭਾਸ਼ਾ ਕੀ ਹੁੰਦੀ ਹੈ।
ਕਹਿੰਦਾ ਉਦੋਂ ਅੱਧੇ ਕੱਤਕ ਤੋਂ ਬਾਅਦ ਭੋਏ ਕਰੂੰਬਲਾਂ ਨਾਲ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੀ ਸੀ। ਤੁਸੀਂ ਫਿਕਰਾ ਦੇਖੋ ਕੀ ਕਹਿ ਰਿਹਾ। ਅੱਧੇ ਕੱਤਕ ਤੋਂ ਬਾਅਦ ਭੋਏ ਕਰੂੰਬਲਾਂ ਨਾਲ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੀ ਸੀ। ਮਿੱਟੀ ਬੀਜਾਂ ਦੀ ਪ੍ਰਾਹੁਣਚਾਰੀ ਲਈ ਪਹਿਲਾਂ ਉੱਠਦੇ ਖਲੇਪੜ ਦਾ ਬਾਰ ਖੋਲਦੀ। ਕਿਆ ਯਾਰ, ਪਹਿਲੇ ਦਿਨ ਖਲੇਪੜਾਂ ਨੂੰ ਵੇਖ ਜਾਪਦਾ ਜਿਵੇਂ ਧਰਤੀ ਦੇ ਕੰਨ ਉਗਾਏ ਹੋਣ। ਦੂਜੇ ਦਿਨ ਲੱਖਾਂ ਕਰੂੰਬਲਾਂ ਦੇ ਏਕੇ ਵਿੱਚ ਕੋਮਲਤਾ ਦੇ ਦਿਲਾਸੇ ਸਮੂਹਾਂ ਵਿੱਚ ਦਿਸਦੇ। ਹੁਣ ਉਹ ਕਹਿਣਾ ਕੀ ਚਾਹ ਰਿਹਾ ਹੈ? ਸਮੂਹ ਕਹਿ ਰਿਹਾ ਉਸ ਸਾਰੇ ਦਾ, ਜਿਹੜੀਆਂ ਲੱਖਾਂ ਕਰੂੰਬਲਾਂ ਉੱਗ ਪਈਆਂ ਨੇ। ਕੁਝ ਦਿਨਾਂ ਬਾਅਦ ਇਹ ਉੱਠੇ ਖਲੇਪੜ ਇਹਨਾਂ ਤੂਣਾਂ ਦੇ ਪੈਰਾਂ ਵਿੱਚ ਹੀ ਕਿਤੇ ਸਮਾ ਜਾਂਦੇ। ਇੰਨੇ ਸੰਘਣੇ ਤੂਣਾਂ ਨੇ ਆਪੋ ਆਪਣੇ ਖਲੇਪੜਾਂ ਨੂੰ ਜਿਸ ਤਰ੍ਹਾਂ ਸੰਭਾਲ ਕੇ ਰੱਖਿਆ ਹੁੰਦਾ, ਉਹਦੇ ਨਾਲ ਮਿੱਟੀ ਜੰਮਣ ਨਾਲ ਆਪਣਾ ਵਿਵਹਾਰ ਸਮਝਾਉਂਦੀ ਜਾਂਦੀ ਤੇ ਜੀਵਨ ਵਿੱਚ ਰੱਖਣ, ਚੁੱਕਣ ਤੇ ਉੱਠਣ ਦੀ ਜੁਗਤ ਵੀ ਦੱਸਦੀ ਜਾਂਦੀ। ਕਿਆ ਬਾਤ ਆ ਯਾਰ, ਕਿਆ ਦਿਸ ਇਜ਼ ਲਿਟਰੇਚਰ। ਇਸ ਤਰ੍ਹਾਂ ਦੀਆਂ ਰਾਜ਼ੀ ਖੁਸ਼ੀਆਂ ਉੱਪਰ ਉੱਡਦੇ ਪੰਛੀਆਂ ਨੂੰ ਵੀ ਬਾਪੂ ਨਵੇਂ-ਨਵੇਂ ਨਾਵਾਂ ਨਾਲ ਬੁਲਾਉਂਦਾ ਹੁੰਦਾ ਸੀ। ਅਕਲ ਨੂੰ ਹਿਰਦੇ ਵਿੱਚ ਬਦਲਦੇ ਬਾਪੂ ਇਹ ਬੋਲ ਅੱਜ ਕੱਲ੍ਹ ਬਹੁਤ ਯਾਦ ਆਉਂਦੇ ਨੇ। ਹੁਣ ਇਸ ਪੈਰੇ ਦੇ ਨਾਲ ਹੀ ਤੁਹਾਡਾ ਇੱਕ ਸਾਹਿਤਿਕ ਰੱਜ ਹੋ ਜਾਂਦਾ ਹੈ, ਜਿਹਨੂੰ ਮੈਂ ਕਹਾਂਗਾ। ਔਰ ਇਸੇ ਹੀ ਟੋਨ 'ਚ, ਐਸੇ ਹੀ ਸ਼ੈਲੀ 'ਚ, ਐਸੀ ਹੀ ਭਾਸ਼ਾ 'ਚ, ਐਸੇ ਤਰੀਕੇ ਦੇ ਨਾਲ ਉਹ ਖਲੇਪੜ ਉੱਗਦੇ ਤੇ ਉਹਦੇ ਪੈਰਾਂ 'ਚ ਜਾ ਕੇ ਕਿਵੇਂ ਮਿੱਟੀ ਸਮੂੰਦੀ ਆ, ਉਹ ਇਸੇ ਅੰਦਾਜ਼ ਦੇ ਵਿੱਚ ਉਹ ਇੱਕ ਇੱਕ ਇੰਨੀ ਬਾਰੀਕੀ ਦੇ ਨਾਲ ਜਸਵੀਰ ਮੰਡ ਹੋਰੀ ਉਸ ਸਾਰੇ ਨੂੰ ਦੇਖਦੇ ਨੇ। ਮੈਂ ਹੈਰਾਨ ਵੀ ਰਹਿ ਗਿਆ ਕਿ ਇੰਨੀ, ਮਤਲਬ ਜਿਸ ਪਿੱਚ ਤੇ ਗਏ ਉਸ ਪਿੱਚ ਦੇ ਉੱਤੇ ਹੀ ਫਿਰ ਉਹ ਜਿਵੇਂ ਹਵਾਈ ਜਹਾਜ਼ ਜਿੱਥੇ ਜਾਂਦਾ ਆ ਤੇ ਉਹ ਇੱਕ ਸੂਤਰ ਵੀ ਨਾ ਹੇਠਾਂ ਨਾ ਉੱਪਰ, ਉਸ ਉਡਾਨ ਤੇ ਹੀ, ਭਾਸ਼ਾਈ ਉਡਾਨ, ਲਿਟਰੇਰੀ ਉਡਾਨ ਤੇ ਉੜਿਆ ਜਾਂਦਾ। ਇਹ ਲੰਬਾ ਚੌੜਾ ਨਾਵਲ ਜਿਹੜਾ ਲਗਭਗ 272 ਪੰਨਿਆਂ ਦੇ ਉੱਤੇ ਫੈਲਿਆ ਹੋਇਆ ਹੈ। ਤਾਂ ਮੈਂ ਪਰਵਾਨੇ ਹੋਰਾਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਅੱਜ ਦੇ ਇਹਨਾਂ ਵਰ੍ਹਿਆਂ 'ਚ ਲਿਖੇ ਜਾ ਰਹੇ 2 4 5 7 10 ਸਾਲਾਂ ਦੇ ਵਿੱਚ ਲਿਖੇ ਜਾ ਰਹੇ ਨੌਵਲਾਂ ਨੂੰ ਲੈ ਕੇ ਮੈਂ ਕੁਛ ਕੇਂਦਰਿਤ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਭਾਈ ਆਫਟਰ ਆਲ ਸਾਹਿਤ ਦੇ ਵਰਤਾਰਿਆਂ ਨੂੰ ਦੇਖਦੇ ਹਾਂ, ਸਾਹਿਤ ਨੂੰ ਦੇਖਦੇ ਹਾਂ, ਤੇ ਅਸੀਂ ਕਿੱਥੇ ਆਣ ਕੇ ਕਿਤੇ ਅੜਿੱਕੇ ਪੈ ਜਾਂਦੇ ਆ। ਮੈਂ ਲੰਬਾ ਚੌੜਾ ਨਹੀਂ, ਬਟ ਉਹਨਾਂ ਦੇ 2 ਪੈਰੇ ਮੈਂ ਤੁਹਾਨੂੰ ਸੁਣਾਉਣਾ ਚਾਹਾਂਗਾ। ਜਿਵੇਂ ਮੈਂ ਇਹਦਾ ਬਰਤਾਂਤ ਦਾ ਪਹਿਰਾ ਸੁਣਾਇਆ, ਉਵੇਂ ਉਹਨਾਂ ਦਾ ਇੱਕ ਬਰਤਾਂਤ ਹੈ। ਉਹਨਾਂ ਦੇ ਬਹੁਤ ਸਾਰੇ ਨਾਵਲਾਂ ਨੂੰ ਬਹੁਤ ਸਾਰੇ ਚੁਰਸ, ਤੇ ਮੈਨੂੰ ਇਹਦੇ ਤੇ ਓਬਜੈਕਸ਼ਨ ਸੀਗਾ, ਮੈਂ ਇਹਦੇ ਵਿੱਚ ਨਹੀਂ ਜਾਂਦਾ, ਉਹ ਨਾ ਠੀਕ ਨਹੀਂ ਬਹੁਤ ਸਾਰੇ, ਕਿਉਂਕਿ ਚੁਰਸਤੇ ਇਟਸੈਲਫ ਪਲੂਰਲ ਵਰਡ ਹੈ, ਬਹੁਤ ਸਾਰੇ ਚੁਰਸਤੇ ਨਹੀਂ ਹੁੰਦਾ। ਖੈਰ ਮੈਂ ਉਹਨਾਂ ਦੇ ਬਰਤਾਂਤ ਦੀ ਗੱਲ ਕਰਦਾ ਜਿਹੜਾ ਹੈ ਕਿ ਤੁਸੀਂ ਦੇਖਿਓ ਉਹ ਕੀ ਲਿਖ ਰਹੇ ਨੇ। ਦੌਲਤਪੁਰ ਚੋਂ ਢਾਣੀਆਂ 'ਚ ਮੁੰਡੇ ਕੁੜੀਆਂ ਨਿਕਲਦੇ, ਕੁਝ ਤਾਂ ਪੱਕੀਆਂ ਢਾਣੀਆਂ ਹੀ ਸਨ। ਗਿੰਦਰ, ਪਾਲ, ਸੋਹਣ, ਸੇਬੀ, ਬੰਤ ਆਮ ਕਰਕੇ ਇੱਕ ਦੂਜੇ ਦੇ ਘਰੋਂ ਇੱਕ ਦੂਜੇ ਨੂੰ ਆਵਾਜ਼ ਮਾਰ ਲੈਂਦੇ, ਭਾਵੇਂ ਕਿ ਪਿੰਡੋਂ ਨਿਕਲਦਿਆਂ ਹੀ ਹੋਰ ਵੀ ਕਈ ਮੁੰਡੇ ਨਾਲ ਜੁੜਦੇ ਜਾਂਦੇ। ਫਿਰ ਜਿਉਂ-ਜਿਉਂ ਉਹ ਅਗਾਂਹ ਜਾਂਦੇ, ਰਾਹ 'ਚ ਪੈਂਦੇ ਪਿੰਡਾਂ 'ਚੋਂ ਜਾਣ ਵਾਲੇ ਮੁੰਡੇ ਕੁੜੀਆਂ ਵੀ ਰਲਦੇ ਜਾਂਦੇ ਸਨ। ਆਪਣੇ ਪਿੰਡ ਦੀ ਲਹਿੰਦੀ ਵੱਲ ਦੀ ਫਿਰਨੀ ਪੈ ਕੇ ਉਹ ਦੱਖਣ ਪੱਛਮ ਦੀ ਗੁੱਠੋਂ ਬੰਨਿਆਂ 'ਤੇ ਪੈ ਜਾਂਦੇ। ਮਿਰਾਜਪੁਰ ਦੇ ਬਾਹਰੋਂ ਬਾਹਰ ਅੱਗੇ ਚੋਈ ਦਾ ਪੱਕਾ ਪੁਲ ਸੀ, ਉੱਥੋਂ ਟੱਪ ਹਯਾਤਪੁਰ ਦੀ ਫਿਰਨੀ ਤੋਂ ਹੋ ਕੇ ਅੱਗੇ ਮੁੜ ਖੇਤਾਂ ਦੇ ਬੰਨਿਆਂ ਥਾਣੀ ਹੋ ਤੁਰਦੇ। ਫਿਰ ਉਹ ਜੰਡਵਾਲ ਤੱਕ ਕਿਸੇ ਪੈ ਫਿਰਨੀ ਤੇ ਨਾ ਚੜ੍ਹਦੇ। ਬੰਨਿਆਂ ਪਗਡੰਡੀਆਂ ਤੋਂ ਹੁੰਦੇ ਜੰਡਵਾਲ ਤੋਂ ਪਹਿਲਾਂ ਪੈਂਦੀ ਇੱਕ ਹੋਰ ਚੋਈ 'ਚੋਂ ਲੱਤਾਂ ਬਾਹਾਂ ਧੋਂਦੇ। ਇਸ 'ਚ ਬਰਸਾਤਾਂ ਨੂੰ ਛੱਡ ਕੇ ਬਾਕੀ ਸਾਰਾ ਸਾਲ ਆਮ ਕਰਕੇ ਗੋਡੇ ਗੋਡੇ ਪਾਣੀ ਹੁੰਦਾ, ਸਾਫ਼ ਬਲੌਰੀ ਪਾਣੀ, ਜਿਸ ਵਿੱਚ ਮੱਛੀਆਂ ਦੇ ਪੂੰਗ ਦੀਆਂ ਡਾਰਾਂ ਤੋਂ ਲੈ ਕੇ ਚੱਪਾ ਚੱਪਾ ਗਿੱਠ ਗਿੱਠ ਦੇ ਡੌਲੇ ਆਮ ਇੱਧਰ ਉੱਧਰ ਤੈਰਦੇ ਦਿਸਦੇ। ਚੋਈ ਟੱਪਦਿਆਂ ਹੀ ਜੰਡਵਾਲ ਦੀਆਂ ਨਿਆਈਆਂ ਸ਼ੁਰੂ ਹੋ ਜਾਂਦੀਆਂ ਸਨ, ਜਿਨ੍ਹਾਂ ਨਾਲ ਉਹ ਫਿਰਨੀ ਪੈ ਕੇ ਅੱਗੇ ਪਿੰਡ ਦੀ ਗਲੀ ਵਿੱਚੋਂ ਹੋ ਸਕੂਲ ਜਾ ਵੜਦੇ। ਪਿੰਡ ਲੰਘ ਕੇ ਲਹਿੰਦੀ ਬੰਨੀ GT ਰੋਡ ਦੇ ਨਾਲ ਜਾ ਕੇ ਸੀ ਸਕੂਲ। ਮੈਂ ਇਹ ਪਹਿਰਾ ਪੜ੍ਹ ਰਿਹਾ, ਇੱਕ ਤੁਹਾਨੂੰ ਪਹਿਰਾ ਸੁਣਾਇਆ। ਇੱਦਾਂ ਦੇ 60% ਪਹਿਰੇ ਆ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ, ਜਿਹਦੇ ਵਿੱਚੋਂ ਤੁਹਾਨੂੰ ਦੇਖੋ, ਜਦੋਂ ਤੁਸੀਂ ਸਾਹਿਤ ਸੁਣਦੇ ਆ, ਤੁਸੀਂ ਸੰਗੀਤ ਸੁਣਦੇ ਆ ਜਾਂ ਸ਼ਬਦ ਹੈ ਸੰਗੀਤ ਦੇ ਵਿੱਚ, ਤਾਂ ਉਹ ਸੁਰ ਦਾ ਇੱਕ ਲਗਾਓ ਹੁੰਦਾ। ਜੇ ਦਿਲ ਤੁਮ ਬਿਨ ਕਹੀਂ ਜਦੋਂ ਕਹਿਣਾ ਨਾ ਲਤਾ ਨੇ, ਉਹ ਹੋਏ ਤੋ ਉਹ ਸੁਰ ਦਾ ਲਗਾਓ, ਤਾਂ ਸਾਹਿਤ ਦੇ ਵਿੱਚ ਸ਼ਬਦ ਦਾ ਲਗਾਓ। ਮੈਂ ਪਹਿਰਾ ਪੜ੍ਹਿਆ
ਕਈ ਥਾਈਂ ਤੁਹਾਨੂੰ ਹੌਲ ਪੈਂਦਾ, ਕਈ ਥਾਈਂ ਤੁਹਾਡਾ ਦਿਲ ਨੂੰ ਉਹ ਸ਼ਬਦ ਦਾ ਲਗਾਓ, ਫਿਕਰੇ ਦਾ ਲਗਾਓ, ਤੁਹਾਨੂੰ ਲੱਗਦਾ ਵਾਹ ਤੁਸੀਂ ਦਾਦ ਦਿੰਦੇ ਆ। ਇਹ ਪੈਰੇ ਦਾ ਮਤਲਬ ਹੀ ਕੋਈ ਨਹੀਂ ਪੂਰੇ ਨਾਵਲ ਦੇ ਵਿੱਚ। ਉਹ ਕਿੱਥੋਂ ਜਾਂਦੇ, ਕਿੱਥੇ ਰਹਿੰਦੇ ਆ, ਕਿ ਕੀ ਕਰਦੇ ਆ, ਕੀ ਨਹੀਂ ਕਰਦੇ। ਇੱਕ ਪੈਰਾ ਮੈਂ ਹੋਰ ਪੜ੍ਹ ਦਿੰਦਾ ਕਿ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਜੇ ਤੁਹਾਨੂੰ ਕੋਈ ਸਾਹਿਤਿਕ ਫਿਕਰਾ ਲੱਭ ਪਵੇ ਜਾਂ ਉਹਦਾ ਕੋਈ ਮਹੱਤਵ ਲੱਗੇ ਕਿ ਸਾਹਿਤ ਦੇ ਵਿੱਚ ਇਸ ਪੈਰੇ ਦਾ ਕੋਈ ਮਹੱਤਵ ਹੈ ਤਾਂ ਮੈਨੂੰ ਨਹੀਂ ਲੱਭਾ। ਮੈਂ ਬਹੁਤ ਸਾਰੇ ਪੈਰੇ, ਮੈਂ 60% ਪੈਰੇ ਐਸੇ ਕੱਢ ਕੇ ਤੁਹਾਨੂੰ ਸੁਣਾ ਸਕਦਾ। ਕਾਮਰੇਡ ਦੇ ਘਰ ਸਾਹਮਣੇ ਆ ਕੇ ਉਹ ਛਛੋ ਪੰਜ 'ਚ ਪੈ ਗਿਆ। ਉਸ ਦੇ ਘਰ ਦੀ ਗਲੀ ਵੱਲ ਦੀ ਅੱਧੀ ਕੰਧ ਪੱਕੀ ਸੀ ਤੇ ਅੱਗੇ ਕੱਚੀ। ਜਿੱਥੇ ਪਹਿਲਾਂ ਬਾਂਸਾਂ ਤੇ ਟੀਨ ਦਾ ਖਿੜਕਾ ਹੁੰਦਾ ਸੀ ਉੱਥੇ ਲੋਹੇ ਦਾ ਗੇਟ ਲੱਗਿਆ ਹੋਇਆ ਸੀ। ਗੇਟ ਸਧਾਰਨ ਜਿਹਾ ਹੀ ਸੀ, ਭਾਵੇਂ ਗਲੀ ਵੱਲ ਦੀ ਮੋਢੇ ਬਰੋਬਰ ਉੱਚੀ ਕੰਧ ਦੇ ਪਿੱਛੇ ਵਿਹੜਾ ਸੀ ਤੇ ਵਿਹੜੇ ਅੱਗੇ ਪੱਕਾ ਬਰਾਂਡਾ। ਪਿੱਛੇ ਸ਼ਾਇਦ 2 ਕਮਰੇ ਸਨ। ਬਰਾਂਡੇ 'ਚ ਇੱਕ ਬੁੱਢੀ ਔਰਤ ਗਲੀ ਵੱਲ ਪਿੱਠ ਕੀਤੀ ਬੈਠੀ ਹੋਈ ਸੀ। ਅੰਦਰ ਵੱਲ ਨੂੰ ਮੂੰਹ ਸੀ ਉਸਦਾ। ਪੱਕੇ ਘਰ ਤੋਂ ਦੱਖਣ ਵਾਲੇ ਪਾਸੇ ਦੂਸਰੇ ਅੱਧ 'ਚ ਪਹਿਲਾਂ ਵਾਲੀ ਕੱਚੀ ਕੋਠੜੀ ਹੀ ਦੀਦੀ, ਭਾਵੇਂ ਉਧਰ ਹੇਠਾਂ ਵਿਹੜੇ ਤੇ ਝਾਤ ਨਹੀਂ ਸੀ ਪੈਂਦੀ ਕਿਉਂਕਿ ਵਿਚਾਲੇ ਵੀ ਕੰਧ ਕੱਢੀ ਹੋਈ ਸੀ। ਕੀ ਕਾਮਰੇਡ ਦੇ ਮੁੰਡੇ ਅੱਡ ਹੋ ਗਏ ਜਿਸ ਕਰਕੇ ਘਰ ਵੰਡਿਆ ਗਿਆ? ਫਿਰ ਕਾਮਰੇਡ ਕਿੱਧਰ ਹੋਵੇਗਾ? ਵਿਹੜੇ ਵਿਚਲੀ ਕੰਧ ਤੋਂ ਅੱਗੇ ਕੱਚੀ ਕੋਠੜੀ ਦੇ ਸਾਹਮਣੀ ਗਲੀ ਨਾਲ ਲੱਗਦੀ ਕੰਧ ਵੀ ਕੱਚੀ ਸੀ ਤੇ ਗੇਟ ਦੀ ਥਾਂ ਉਹੀ ਬਾਂਸ ਤੇ ਟੀਨ ਦੀ ਚਾਦਰ ਵਾਲਾ ਖਿੜਕਾ। ਜੱਕੋ ਤੱਕੀ ਜਿਹੀ 'ਚ ਉਸਨੇ ਲੋਹੇ ਦਾ ਗੇਟ ਖੜਕਾ ਦਿੱਤਾ। ਅੰਦਰ ਵੱਲ ਮੂੰਹ ਕੀਤੀ ਬੈਠੀ ਬਜ਼ੁਰਗ ਔਰਤ ਨੇ ਗੇਟ ਖੜਕਣ ਤੇ ਬਾਹਰ ਵੱਲ ਤੱਕਿਆ ਤਾਂ ਜਗਵਿੰਦਰ ਨੇ ਪਛਾਣ ਲਿਆ ਉਹ ਕਾਮਰੇਡ ਦਸੌਂਧਾ ਸਿੰਘ ਦੀ ਘਰਵਾਲੀ ਬਿਸ਼ਨੋ ਹੀ ਸੀ। ਹੁਣ ਪਤਾ ਨਹੀਂ ਉਹ ਖਿੜਕੀ, ਉਹ ਬਿੜਕੀ, ਉਹ ਕਿੱਧਰ ਗਈ, ਉਹ ਕੀ ਹੈ ਇਹਦੇ ਵਿੱਚ ਲਿਟਰੇਰੀ ਕੀ ਹੈ, ਉਹ ਕੀ ਉਹਦੇ ਆਉਣ ਦੀ ਦੱਸਣਾ ਚਾਹੁੰਦਾ, ਉਹਦੇ ਪਰਛਾਵੇਂ ਦੀ, ਉਹਦੇ ਵਿੱਚੋਂ ਦੀ ਕਨਸੋ ਮਿਲਦੀ ਦੱਸਣਾ ਚਾਹੁੰਦਾ ਹੈ ਤਾਂ ਉਹਦੇ ਵਿੱਚੋਂ ਕਿਤੇ ਕੋਈ ਸਾਹਿਤਿਕਤਾ, ਕੋਈ ਜੋ ਉਹਦੀਆਂ ਡਿਟੇਲਸ ਜਿੰਨੀਆਂ ਹੁੰਦੀਆਂ ਨੇ। ਮੈਂ ਇੱਕ ਵਾਰ ਪੜ੍ਹ ਰਿਹਾ ਸੀਗਾ ਕਿ ਕਿਉਂਕਿ ਇਹ ਵੱਡੇ ਨਾਵਲ ਲਿਖਣਾ, ਮੋਟੇ ਨਾਵਲ ਲਿਖਣਾ, ਇਹ ਹੋਰ ਗੱਲਾਂ ਹੁੰਦੀਆਂ ਨੇ। ਅਸੀਂ ਉਹ ਉੱਥੋਂ ਰਸ਼ੀਆ ਤੋਂ ਚੱਕਦੇ ਹਾਂ, ਉਹਨਾਂ ਦਾ ਤਾਂ ਪੱਤਾ ਡਿੱਗਦਾ ਸੀ ਜੇ ਤਾਂ ਉਸ ਪੱਤੇ ਦਾ ਖੜਾਕ ਵੀ ਸੁਣਦਾ ਸੀ ਤੇ ਉਹਦਾ ਮਤਲਬ ਵੀ ਪਤਾ ਲੱਗਦਾ ਸੀਗਾ ਕਿ ਅਸੀਂ ਕੀ ਸੁਣ ਕਰ ਰਹੇ ਹਾਂ, ਕੀ ਦੇਖ ਰਹੇ ਹਾਂ। ਜਾਂ ਮੈਂ ਲਿਟਰੇਚਰ ਦੀ ਜਦੋਂ ਗੱਲ ਕਰ ਰਿਹਾ ਨਾ, ਇਹ ਲਿਟਰੇਚਰ ਕੀ ਹੈ, ਤਾਂ ਮੈਂ ਇੱਕੋ ਹੀ ਫਿਕਰਾ ਪੜ੍ਹ ਦਿੰਦਾ ਜਿਹੜਾ ਪਹਿਲਾ ਕਾਂਡ ਹੀ ਹੈ ਇਸ ਨਾਵਲ ਦਾ ਹੀ, ਬਾਬੇ ਦੇ ਆਖਰੀ ਬਾਬੇ ਦਾ। ਉਹ ਕਹਿੰਦੇ ਕਿ ਦੁੱਖ ਬਹੁਤ ਸੋਹਲ ਹੋ ਗਏ ਸਨ। ਯਾਰ ਆ ਦਿਸ ਇਜ਼ ਲਿਟਰੇਚਰ। ਦੁੱਖ ਬਹੁਤ ਸੋਹਲ ਹੋ ਗਏ ਸਨ। ਜਾਂ ਉਹ ਕਹਿੰਦਾ ਸੱਚਮੁੱਚ ਤੇ ਡਰਾਂ ਤੋਂ ਵੇਲ ਹੀ ਨਹੀਂ ਮਿਲਦੀ। ਡਰਨਾ ਸੱਚ ਤੇ ਝੂਠ ਦਾ ਸਮਝੌਤਾ ਕਰਾ ਦਿੰਦਾ ਸੀ। ਖੇਤ ਕਦੇ ਇਕੱਲੇ ਦਿਸਦੇ ਹੀ ਨਹੀਂ ਸਨ। ਯਾਨੀ ਤੁਸੀਂ ਕਿਤੇ ਦੇਖੋ, ਤੁਸੀਂ ਕੋਈ ਨਿਗਾਹ ਮਾਰ ਲਓ, ਤੁਸੀਂ ਲਓ। ਮੈਂ ਬਿਨਾਂ ਵਜ੍ਹਾ ਮੈਂ ਪੜ੍ਹ ਰਿਹਾ, ਮੈਂ ਕੋਈ ਨਿਸ਼ਾਨੀ ਨਹੀਂ ਲਾਈ। ਉਹ ਚੁੱਪਚਾਪ ਡੋਲ ਉੱਪਰ ਬੈਠ ਗਿਆ। ਬਹੁਤ ਹੀ ਪਤਲੀ ਵੱਟ ਸੀ। ਪੈਰ ਜੀਰੀ ਦੇ ਪਾਣੀ ਵਿੱਚ ਰੱਖਣੇ ਪਏ। ਪਹਿਲੀ ਵਾਰ ਉਹਨੂੰ ਆਪਣੇ ਆਲੇ ਦੁਆਲੇ ਇੱਕ ਚੁੱਪ ਬੈਠੀ ਦਿਸੀ। ਕਿਆ ਬਾਤ ਹੈ, ਦਿਸ ਇਜ਼ ਲਿਟਰੇਚਰ। ਆਪਣੇ ਆਲੇ ਦੁਆਲੇ ਇੱਕ ਚੁੱਪ ਬੈਠੀ ਦਿਸੀ, ਪਰ ਫਿਰ ਵੀ ਇੱਥੇ ਛੀਣਾ ਦੀ ਸੁਤੰਤਰਤਾ ਸੀ। ਉਹਨੂੰ ਜਾਪਿਆ ਇਕਾਂਤ ਉਹਦਾ ਬਹਾਨਾ ਹੈ। ਦਿਸ ਇਜ਼ ਲਿਟਰੇਚਰ। ਉਹਦੇ ਚੁਫੇਰੇ ਕੋਈ ਸੰਵਾਦ ਚੱਲ ਰਿਹਾ ਹੈ। ਹਨੇਰੇ ਵਿੱਚ ਇਸ ਚੁੱਪ ਥੱਲੇ ਖੇਤ ਹਾਲੇ ਵੀ ਅਧਿਕਾਰਾਂ ਨਾਲ ਭਰੇ ਪਏ ਸਨ। ਸ਼ਾਇਦ ਇਸੇ ਲਈ ਕੁਝ ਕਹਿਣ ਵਾਸਤੇ ਉਹਦਾ ਹੱਥ ਛਾਤੀ ਉੱਪਰ ਆ ਗਿਆ ਸੀ। ਛਿਪਦੀ ਵੱਲੋਂ ਇੱਕ ਕਾਣ ਸੂਤੀ ਜਿਹੀ ਬਦਲੀ ਨਿਕਲਦੀ ਦਿਸੀ। ਉਹਨੂੰ ਪਤਾ ਸੀ ਸਿਰ ਉੱਪਰ ਆ ਕੇ ਇਹਨੇ ਪੱਧਰੀ ਹੋ ਜਾਣਾ। ਹੱਸਦਾ ਹੱਸਦਾ ਕਈ ਵਾਰੀ ਬਾਪੂ ਕਹਿੰਦਾ ਹੁੰਦਾ ਸੀ, ਖੁਸ਼ੀ ਦਾ ਕਿਆ, ਜਦ ਮਰਜੀ ਗੁੰਨ ਲੈ, ਜਦ ਮਰਜੀ ਪਕਾ ਲੈ, ਕਿਹੜਾ ਕਿਸੇ ਤੋਂ ਲੈਣ ਜਾਣਾ। ਦਿਸ ਇਜ਼ ਲਿਟਰੇਚਰ, ਦਿਸ ਇਜ਼ ਲਿਟਰੇਚਰ। ਔਰ ਮੈਂ ਜਿਹੜੀ ਗੱਲ ਫੇਰ ਕਰਦਾ ਸੀਗਾ, ਫਿਰ ਮੇਰੇ ਪਾ ਇੱਕ ਇਹ ਨਾਵਲ ਆਇਆ। ਸਾਡੇ ਬਹੁਤ ਗੰਭੀਰ ਪੱਤਰਕਾਰ ਨੇ, ਬਹੁਤ ਲੜਾਕੇ ਪੱਤਰਕਾਰ ਨੇ, ਗੁਰਸੇਵਕ ਪ੍ਰੀਤ ਹੋਰੀ। ਨਾਵਲ ਆਇਆ ਉਹਨਾਂ ਦਾ ਸਵਾਹਾ। ਭਾਈ ਉਹਨਾਂ ਨੇ ਤਾਂ ਉੱਤੇ ਮੋਹਰ ਲਾਤੀ ਰੈੱਡ ਕਲਰ 'ਚ। ਸਵਾਹਾ ਦਾ ਮਤਲਬ ਵੀ ਤੁਸੀਂ ਸਮਝ ਲਓ, ਜਿਵੇਂ ਇਹਨਾਂ ਨੇ ਆਖਰੀ ਬਾਬੇ ਕਹਿ ਦਿੱਤਾ, ਇੱਕ ਬੰਨ ਮਾਰ ਦਿੱਤਾ। ਸਾਹਿਤ ਨੂੰ ਬੰਨ ਨਹੀਂ ਮਾਰਨਾ ਹੁੰਦਾ। ਸਵਾਹਾ ਇੱਕ ਬੰਨ ਮਾਰ ਦਿੱਤਾ। ਸਾਹਿਤ ਨੂੰ ਬੰਨ ਨਹੀਂ ਮਾਰਨਾ ਹੁੰਦਾ। ਤੁਸੀਂ ਪਹਿਲਾਂ ਹੀ ਸਵਾਹਾ ਕਰਤਾ ਔਰ ਫਿਰ ਉੱਪਰ ਹੋਰ ਲਾਲ ਰੰਗ ਨਾਲ ਲਿਖਤਾ ਅਖੌਤੀ ਵਿਕਾਸ ਦੇ ਵਿਨਾਸ਼ ਦੀ ਗਾਥਾ। ਮੈਂ ਇਹਨਾਂ ਦਾ ਵੀ ਪੜ੍ਹ ਦਿੰਦਾ, ਇਹਨਾਂ ਦਾ ਵੀ ਹਿਰਖ ਮੱਠਾ ਹੋ ਜਾਏਗਾ। ਮੇਰੇ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਸੀ ਕਿ ਤੁਸੀਂ ਮੇਰੇ ਨਾਵਲ ਬਾਰੇ ਨਹੀਂ ਕੁਛ ਲਿਖਿਆ ਜਾਂ ਪਾਇਆ। ਮੈਂ ਕਈ ਵਾਰ ਡਰਦਾ ਹੁੰਦਾ ਯਾਰ ਬੰਦੇ ਨਾਰਾਜ਼ ਹੋ ਜਾਣੇ
ਫਿਰ ਅੱਜ ਮੈਂ ਕਿਹਾ ਅੱਜ ਨਾਰਾਜ਼ ਹੋ ਜਾਣਗੇ ਤਾਂ ਹੋ ਜਾਣ, ਮੈਂ ਤਾਂ ਹੁਣ ਇਹ ਸਮਝਾਂਗਾ ਕਿ ਲਿਟਰੇਚਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਮੈਂ ਆਪ ਸਮਝ ਰਿਹਾ, ਮੈਂ ਕਿਸੇ ਨੂੰ ਕੀ ਦੱਸ ਸਕਦਾ ਕਿ ਲਿਟਰੇਚਰ ਕੀ ਹੁੰਦਾ, ਪਰ ਮੈਂ ਸਮਝਣ ਦੀ ਕੋਸ਼ਿਸ਼ 'ਚ ਹਾਂ। ਇਹ ਲਿਖਦੇ ਇਹਨਾਂ ਨੇ ਕੀ ਕੀਤਾ, ਇੱਕ ਵਧੀਆ ਗੱਲ ਕਰਤਾ, ਮੈਨੂੰ ਵਿੱਚੋਂ ਪੈਰੇ ਨਹੀਂ ਕੱਢਣੇ ਪਏ। ਮੈਂ ਪੜ੍ਹਿਆ ਨਾਵਲ, ਇਹ ਨਾਵਲ ਜਿੱਦਾਂ ਉਹਨਾਂ ਨੇ ਵਿਕਾਸ ਦੇ ਨਾਂ 'ਤੇ ਉੱਥੇ ਇੱਕ ਬੜੀ ਵੱਡੀ ਫੈਕਟਰੀ ਲੱਗਦੀ ਹੈ, ਇੰਡਸਟਰੀ ਲੱਗਦੀ ਹੈ, ਤਾਂ ਪਿੰਡ ਤੋਂ ਗਾਂ ਉਹ ਇੰਡਸਟਰੀ ਲੱਗਣ ਦੇ ਕੀ ਮਾਇਨੇ ਨੇ, ਕੀ ਉਹ ਵਿਨਾਸ਼ ਕਿੱਦਾਂ ਹੁੰਦਾ ਹੌਲੀ ਹੌਲੀ ਪਿੰਡ ਦਾ, ਅਤੇ ਉਹ ਸਾਰਾ ਇਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਦਿੱਤਾ। ਇਹਨਾਂ ਦੀਆਂ ਆਪਣੀਆਂ ਜਸਟੀਫਿਕੇਸ਼ਨਾਂ ਨੇ, ਮੇਰੇ ਸਮਝ ਆਪਣੀ ਹੈ ਕਿ ਵਿਕਾਸ ਨੇ ਵਿਕਾਸ ਕਰਨਾ ਹੁੰਦਾ ਹੈ, ਤੁਸੀਂ ਉਹਨੂੰ ਕਿਸ ਤਰੀਕੇ ਦੇਖਣਾ ਹੈ। ਵਿਕਾਸ ਨੂੰ ਉਲੰਘ ਕੇ, ਰੱਦ ਕਰਕੇ ਨਹੀਂ ਤੁਸੀਂ ਇਹ ਦੇਖ ਸਕਦੇ ਸਮਾਜ ਨੇ ਵਿਕਾਸ ਕਰਨਾ ਹੀ ਹੁੰਦਾ। ਵਿਕਾਸ ਨੂੰ ਅੰਡਰਸਟੈਂਡ ਕਿਵੇਂ ਕਰਨਾ ਤੁਸੀਂ, ਇਹ ਇੱਕ ਸਵਾਲ, ਵਿਚਾਰਧਾਰਕ ਸਵਾਲ ਹੈ, ਪਰ ਉਹ ਸਾਹਿਤ ਬਣਦਾ ਕਿ ਨਹੀਂ ਬਣਦਾ, ਤੁਹਾਡਾ ਵਿਚਾਰਿਆ ਹੋਇਆ, ਤੁਹਾਡੇ ਵਿਚਾਰ ਨੂੰ ਵੀ ਜੇ ਮੈਂ ਲੈਣਾ ਤਾਂ ਉਹ ਸਾਹਿਤ ਬਣਦਾ ਕਿ ਨਹੀਂ ਬਣਦਾ। ਤੁਸੀਂ ਮੇਰੇ ਸਰੋਤੇ ਦਰਸ਼ਕ ਜਿਹੜੇ ਆ ਉਹ ਮੈਂ ਪੜ੍ਹਦੇ, ਉਹਨਾਂ ਨੇ ਕੀ ਕੀਤਾ, ਜਿਹੜੀ ਸੌਰੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਉਹਨਾਂ ਨੇ ਆਪਣੀ ਖੁਦ ਦੀ ਭੂਮਿਕਾ ਲਿਖਣ ਦੀ ਬਜਾਏ ਉਹਨਾਂ ਨੇ ਕਹਿਤਾ ਕਿ ਮੈਂ ਮੋਟੇ ਪੈਰੇ ਤੁਹਾਨੂੰ ਇਸ ਨਾਵਲ ਦੇ ਵਿੱਚੋਂ ਹੀ ਲਿਖ ਦਿੰਦੇ ਆ, ਜਿਹੜਾ ਤੁਹਾਡੇ ਸਾਹਮਣੇ ਇੱਕ ਨਾਵਲ ਦੀ ਤਸਵੀਰ ਬਣਾ ਦੇਣਗੇ, ਤਾਂ ਫਿਰ ਦੈਨ ਤੁਹਾਨੂੰ ਆਸਾਨ ਹੋ ਜਾਏਗਾ ਨਾਵਲ ਦੇ ਵਿੱਚ ਲੰਘਣਾ। ਤਾਂ ਉਹਦੇ ਦੂਜੇ ਪੈਰੇ 'ਚ, ਦੂਜਾ ਪੈਰਾ ਜਿਹੜਾ ਵਿੱਚੋਂ ਅੱਗਿਓਂ ਜਾ ਕੇ, ਕਾਫੀ ਅੱਗਿਓਂ ਜਾ ਕੇ, ਮਤਲਬ ਮੂਹਰੇ ਪਹਿਲਾਂ ਬਿਰਤਾਂਤ ਘਟਦਾ ਜਾਂਦਾ, ਅੱਗਿਓਂ ਜਾ ਕੇ ਚੱਕ ਕੇ ਉਹ ਲਿਆ ਕੇ ਲਾਉਂਦੇ ਨੇ, ਜਿਹਨੂੰ ਉਹ ਮਹੱਤਵਪੂਰਨ ਪੈਰਾ ਸਮਝਦੇ ਨੇ। ਸਿੰਗਲ ਹੈ ਜੀ, ਬਾਂਦਰ ਤੋਂ ਬੰਦਾ ਬਣਨ ਵਾਂਗ ਰਾਮ ਸਿੰਘ ਵਾਲੀ ਟਿੱਬੀ ਤੋਂ ਰਾਮਲੀ ਬਣਨ ਦੇ ਇਸ ਸਾਰੇ ਘਟਨਾਕ੍ਰਮ ਦਾ ਮੁੱਢ ਉਸ ਵੇਲੇ ਵੱਜਾ ਸੀ ਜਦੋਂ ਇਸ ਲੰਬੇ ਚੌੜੇ ਜ਼ਮੀਨੀ ਟੋਟੇ ਉੱਪਰ ਮੋਟੇ ਕਾਰਖਾਨੇਦਾਰਾਂ ਦੀ ਨਿਗਾਹ ਪੈ ਗਈ। ਜਿਵੇਂ ਅਸਮਾਨ 'ਚ ਉੱਡਦੀ ਇੱਲ ਨੂੰ ਕੋਈ ਮੁਰਦਾਰ ਦਿਸ ਜਾਂਦਾ ਹੈ ਤੇ ਆਪਣੀ ਬਿਨ ਖੰਭੀ ਲੰਬੀ ਗਰਦਨ ਮੁਰਦਾਰ ਦੇ ਢਿੱਡ 'ਚ ਵਾੜ ਕੇ ਉਸ ਦੀਆਂ ਆਂਤੜੀਆਂ ਕੱਢ ਖਾਈ ਜਾਂਦੀ ਹੈ। ਇਸੇ ਤਰ੍ਹਾਂ ਕਾਰਖਾਨੇਦਾਰੀ ਇੱਲਾਂ ਨੇ ਮਿੰਟੋ ਮਿੰਟੀ ਇਸ ਮੁਰਦਾਰਨੁਮਾ ਟਿੱਬੀਆਂ ਦਾ ਮਾਮਲਾ ਕੇਂਦਰ ਸਰਕਾਰ ਕੋਲ ਪਹੁੰਚਾ ਦਿੱਤਾ। ਇੰਨੇ ਵੱਡੇ ਜ਼ਮੀਨ ਦੇ ਇੱਕੋ ਟੋਟੇ ਨੂੰ ਆਪਣੀਆਂ ਸੰਨੀਆਂ ਵਰਗੀਆਂ ਇੰਡਸਟਰੀਆਂ ਨਾਲ ਚੀਰਨ ਫਾੜਨ ਲਈ ਕਾਲੇ ਸਨ। ਹੁਣ ਜਦੋਂ ਅਸੀਂ ਲਿਟਰੇਚਰ ਲਿਖਦੇ ਹਾਂ ਨਾ ਯਾਰ, ਤਾਂ ਸਾਨੂੰ ਬਹੁਤ ਸੂਖਸ਼ਮ ਹੋਣਾ ਪੈਂਦਾ। ਜਿਵੇਂ ਹੁਣ ਮੈਂ ਬਾਬੇ ਦਾ ਤੁਹਾਨੂੰ ਪੜ੍ਹ ਕੇ ਸੁਣਾਇਆ, ਸੂਖਸ਼ਮ ਕਿਵੇਂ, ਜਿਹੜੀਆਂ ਗਿਲਜਾਂ ਦੀ ਤੁਸੀਂ ਗੱਲ ਕੀਤੀ ਹੈ, ਉਹ ਗਿਲਜਾਂ ਨਾਲ ਕਾਰਖਾਨੇ, ਤੁਸੀਂ ਗਿਲਜਾਂ ਦੀ ਇਨਸਲਟ ਕਾਹਦੇ ਕਰ ਰਹੇ ਯਾਰ। ਗਿਲਜਾਂ ਜਿਹੜੀਆਂ ਆ ਉਹ ਸਾਡੇ ਉਹ ਰੋਗਾਣੂਆਂ ਨੂੰ, ਉਹ ਸਾਡੇ ਉਹ ਸਾਰੇ ਕੀਟਾਂ, ਉਹ ਗੰਦਗੀ ਨੂੰ, ਸਕਵੈਂਜਰ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਆ, ਉਹ ਸਾਰੇ ਦਾ ਸਾਰਾ ਉਹ ਚੁਗਦੀਆਂ ਨੇ, ਔਰ ਨੇਚਰ ਨੇ ਉਹਨਾਂ ਨੂੰ ਚੁਗਣ ਲਾਇਆ ਹੋਇਆ ਤਾਂ ਕਿ ਨੇਚਰ ਆਪਣੀ ਸਫਾਈ ਕਰਵਾ ਲਵੇ ਅਤੇ ਇੱਥੇ ਕੀੜੇ ਮਕੌੜੇ, ਬਿਮਾਰੀਆਂ ਠਮਾਰੀਆਂ ਹੋਰ ਸਾਰੀਆਂ ਦੀਆਂ ਸਾਰੀਆਂ ਉਹ ਨਾ ਪੈਦਾ ਹੋਣ। ਭਾਈ ਗਿਲਜ ਜਿੰਨੀ ਸਾਡੇ ਮਤਲਬ ਲੋੜੀਂਦੀ, ਨੇਚਰ ਦੇ ਵਿੱਚ ਤਾਂ ਕੋਈ ਵੀ ਚੀਜ਼ ਆਉਣ ਲੋੜੀਂਦੀ ਨਹੀਂ ਹੈ। ਤੁਸੀਂ ਜਦੋਂ ਨੇਚਰ ਬਾਰੇ ਕੁਝ ਕੰਪੈਰੀਜ਼ਨ ਕਰਨਾ ਹੈ ਨਾ, ਮਾਫ ਕਰਨਾ, ਫਿਰ ਕਾਰਖਾਨੇਦਾਰਾਂ ਨੂੰ ਤੁਸੀਂ ਨਿੰਦਣਾ, ਉਹਨੂੰ ਨਿੰਦੋ, ਪਰ ਤੁਸੀਂ ਜਦੋਂ ਗਿਲਜਾਂ ਨੂੰ ਨਿੰਦਣ ਲੱਗ ਪੈਂਦੇ ਆ, ਫਿਰ ਤੁਸੀਂ ਪੱਤਰਕਾਰ ਹੋ ਭਾਈ, ਤੁਸੀਂ ਸਾਹਿਤਕਾਰ ਨਹੀਂ ਹੈਗੇ, ਤੁਸੀਂ ਨਾਵਲਕਾਰ ਨਹੀਂ ਹੈਗੇ। ਸਮਝੇ ਗੱਲ ਨਾ। ਸੋ ਸਾਹਿਤ ਹੋਰ ਹੁੰਦਾ ਯਾਰ, ਸਾਹਿਤ ਨੇ ਗਿਲਜਾਂ ਦੀ ਸਾਰੀ ਉਹ ਟੋਹ ਲੈਣੀ ਹੁੰਦੀ ਹੈ ਵੀ ਗਿਲਜਾਂ ਦਾ ਨੇਚਰ 'ਚ ਕੀ ਮਹੱਤਵ ਆ, ਹੈ ਨਾ। ਤੁਸੀਂ ਪੱਤਰਕਾਰ ਹੋ, ਤੁਸੀਂ ਸਾਹਿਤਕਾਰ ਤਾਂ ਹੈ ਨਹੀਂ। ਤੁਹਾਨੂੰ ਕਾਰਖਾਨੇਦਾਰਾਂ 'ਤੇ ਗੁੱਸਾ ਆ ਗਿਆ, ਤੁਹਾਨੂੰ ਲੱਗਾ ਇਹਨੇ ਖਾ ਲਿਆ। ਹਾਲਾਂਕਿ ਤੁਸੀਂ ਵਿਕਾਸ ਦੇ ਨਾਂ ਦੇ ਉੱਤੇ ਵੀ ਰੋੜਾ ਅਜੀਬ ਜਿਹਾ ਸਮਝਦੇ ਹੋ, ਜੋ ਵੀ ਤੁਹਾਡੀ ਸਮਝ ਹੈ ਇਸ ਸਾਰੇ ਪ੍ਰਤੀ, ਤਾਂ ਮੇਰੀ ਸਮਝ ਇਹ ਨਹੀਂ ਹੈ। ਮੇਰੀ ਸਮਝ ਹੈ ਕਿ ਇਹ ਨਹੀਂ, ਇਹ ਸਾਹਿਤ ਨਹੀਂ ਆ। ਤੁਸੀਂ ਨਿਊਜ਼ ਲਿਖਦੇ ਹੋ ਕਿ ਉੱਥੇ ਪਾਣੀ ਗੰਦਲਾ ਹੋ ਗਿਆ, ਖਬਰਾਂ ਲਾ ਦਿਓ, ਤੁਸੀਂ ਨਾਵਲ 'ਚ ਕਾਹਨੂੰ ਪੈ ਗਿਆ। ਸੈਕਿੰਡ ਪੈਰਾ ਉਹਦਾ, ਉਹ ਕਹਿੰਦੇ ਜੀ ਬਾਕੀ ਸਭ ਕੁਝ ਤਾਂ ਕਾਰਖਾਨੇਦਾਰਾਂ ਦੀ ਇੱਛਾ ਮੁਤਾਬਕ ਹੋ ਗਿਆ, ਪਰ ਕੇਂਦਰ ਸਰਕਾਰ ਨੂੰ ਨਾਮ ਨਹੀਂ ਜਚਿਆ। ਰਾਮ ਸਿੰਘ ਵਾਲੀ ਟਿੱਬੀ, ਰਾਮ ਸਿੰਘ ਨਾਂ ਨਾਲ ਤਾਂ ਕੇਂਦਰ ਸਰਕਾਰ ਨੂੰ ਮਾਨੋ ਹੈਜਾ ਹੋ ਗਿਆ, ਜਿਵੇਂ ਪਾਣੀ ਪੀਣ ਤੋਂ ਬਾਅਦ ਖਰਬੂਜਾ ਖਾਣ ਵਾਲੇ ਨੂੰ ਹੋ ਜਾਂਦਾ ਹੈ। ਮੈਂ ਹੁਣ ਕੀ ਗੱਲ ਕਵਾਂ ਯਾਰ, ਪਾਣੀ ਪੀਣ ਤੋਂ ਬਾਅਦ ਖਰਬੂਜਾ ਖਾਣ ਵਾਲੇ ਨੂੰ ਨਹੀਂ, ਖਰਬੂਜਾ ਖਾ ਕੇ ਪਾਣੀ ਪੀਣ ਵਾਲੇ ਨੂੰ, ਹੈ ਨਾ। ਮਤਲਬ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਬਹੁਤ ਤੁਹਾਨੂੰ ਉਸ ਧਰਾਤਲ, ਉਸ ਰਹਿਤਲ, ਉਸ ਸੱਭਿਆਚਾਰ 'ਚ, ਉਸ ਸਾਰੀ ਬਾਇਓਲੋਜੀ ਦੇ ਵਿੱਚ, ਉਸ ਸਾਰੇ ਤੁਹਾਡੇ ਆਯੁਰਵੇਦ ਦੇ ਵਿੱਚ, ਉਹ ਸਾਰੇ ਸਾਡੀਆਂ ਬਿਮਾਰੀਆਂ ਕਿੱਦਾਂ ਪੈਦਾ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ, ਖਾਣੇ ਦੇ ਨਾਲ ਜਾਂ ਨਹੀਂ ਖਾਣੇ ਦੇ ਨਾਲ। ਉਹ ਜਿਹੜੀਆਂ ਸਾਡੀਆਂ ਰੀਤਾਂ ਮਨੌਤਾਂ ਨੇ ਸਾਡੀਆਂ, ਹੁੰਦਾ ਹੋਊ ਹੈਜਾ ਕਿ ਨਹੀਂ ਹੁੰਦਾ ਹੋਊ, ਦੈਟਸ ਅਨਦਰ ਮੈਟਰ। ਪਰ ਖਰਬੂਜੇ ਤੋਂ ਪਹਿਲਾਂ ਨਹੀਂ, ਬਾਅਦ 'ਚ ਪਾਣੀ ਪੀਣ ਨਾਲ ਹੁੰਦਾ ਹੈ। ਤਾਂ ਸਾਹਿਤਕਾਰ ਨੇ ਤਾਂ ਭਰਾਵਾ ਬਹੁਤ ਜਾਗਣਾ ਹੁੰਦਾ ਹੈ। ਔਰ ਤੁਹਾਡੀ ਬਿਲਕੁਲ ਨਹੀਂ, ਕਿਤੇ ਵੀ ਤੁਹਾਨੂੰ ਹੌਲ ਨਹੀਂ ਪਏਗਾ ਮੈਂ ਪੂਰਾ ਪੜ੍ਹ ਦਿੰਦਾ ਜੋ ਵੀ ਆ। ਇਹ ਤਾਂ ਬਿਲਕੁਲ ਹੀ ਹਜਮ ਹੋਣ ਵਾਲੀ ਚੀਜ਼ ਨਹੀਂ ਸੀ। ਇਸ ਨਾਂ 'ਚੋਂ ਉਸ ਨੂੰ ਇੱਕ ਵੱਖਰੀ ਤਰ੍ਹਾਂ ਦੀ ਬੋ ਆ ਰਹੀ ਸੀ, ਜਿਸ ਨਾਲ ਸਰਕਾਰ ਨਾਲ ਜੁੜੀਆਂ ਪਾਰਟੀਆਂ ਦਾ ਹਾਜ਼ਮਾ ਵਿਗੜਨ ਦਾ ਵੀ ਡਰ ਸੀ।
ਤੇ ਸਰਕਾਰ ਇਸ ਬਦਹਜ਼ਮੀ ਤੇ ਡਾਕਟਰਾਂ ਤੇ ਪੱਦਾਂ ਦੇ ਮੁਸ਼ਕ ਨੂੰ ਝੱਲਣ ਵਾਸਤੇ ਨਾ ਤਾਂ ਤਿਆਰ ਸੀ ਤੇ ਨਾ ਹੀ ਇਸ ਦਾ ਇਲਾਜ ਕਰਨ ਦੇ ਸਮਰੱਥ। ਬਹੁਤ ਹਲਕਾ ਫਿਕਰ ਆਇਆ, ਮਤਲਬ ਜਦੋਂ ਤੁਸੀਂ ਨਾ ਇਹੋ ਜਿਹੇ ਲਫ਼ਜ਼ ਵਰਤਦੇ ਆ। ਮੈਂ ਅਸੀਂ ਗੱਲਾਂ ਕਰਦੇ ਸੀ ਪਹਿਲਾਂ ਰਿਕਾਰਡਿੰਗ ਤੋਂ ਕਿ ਭਾਈ ਅਸ਼ਲੀਲ ਕੀ ਹੁੰਦਾ ਤੇ ਸ਼ੀਲ ਕੀ ਹੁੰਦਾ। ਇਸ ਦੀ ਗੱਲ ਵੀ ਆ ਕਿ ਜੇ ਬੁੱਢੀਆਂ ਬੀਬੀਆਂ ਗਾਣਾ ਗਾਉਂਦੀਆਂ ਨੇ, ਵਿਆਹ ਤੇ ਨੱਚਦੀਆਂ ਟੱਪਦੀਆਂ ਨੇ, ਤੇ ਉਹ ਕਈ ਵਾਰ ਐਸੇ ਨੰਗੇ ਲਫ਼ਜ਼ਾਂ ਦਾ ਇਸਤੇਮਾਲ ਕਰਦੀਆਂ ਨੇ, ਪਰ ਉਹ ਸੁਣਦਿਆਂ ਤੁਹਾਨੂੰ ਕਦੇ ਅਸ਼ਲੀਲ ਨਹੀਂ ਲੱਗੇਗਾ, ਪਰ ਆਹ ਫਿਕਰਾ ਤੁਹਾਨੂੰ ਅਸ਼ਲੀਲ ਲੱਗ ਸਕਦਾ ਕਿਉਂਕਿ ਇਹ ਸਾਹਿਤ ਨਹੀਂ ਹੈ। ਦੂਜੇ ਪਾਸੇ ਸਰਕਾਰ ਨੂੰ ਇਹ ਵੀ ਪਤਾ ਸੀ ਕਿ ਹੋਰ ਕੋਈ ਨਾ ਟਿੱਬੀ ਵਾਲਿਆਂ ਨੇ ਹਜਮ ਨਹੀਂ ਸੀ ਕਰਨਾ, ਨਾ ਦੇ ਮਾਮਲੇ ਤੇ ਇੱਕ ਵੋਟ ਦਾ ਖੋਰਨਾ ਵੀ ਸਰਕਾਰ ਲਈ ਮਹਿੰਗਾ ਸੌਦਾ ਸੀ। ਅਖੀਰ ਕਮਾਲ ਦਾ ਹੱਲ ਲੱਭਿਆ ਗਿਆ। ਰਾਮ ਸਿੰਘ ਵਾਲੀ ਟਿੱਬੀ ਨੂੰ ਰਮਲੀ ਬਣਾ ਦਿੱਤਾ, ਜਿਵੇਂ ਗਿੱਧੇ 'ਚ ਧਮਾਲਾਂ ਪਾਉਣ ਵਾਲੀ ਮੁਟਿਆਰ ਨੂੰ ਕੱਥਕ ਕਲੀ ਨਾਚੀ ਬਣਾ ਦਿੱਤਾ ਹੋਵੇ। ਹੁਣ ਤੁਸੀਂ ਦੇਖੋ ਨਾ ਯਾਰ, ਤੂੰ ਲਿਖ ਰਿਹਾ ਉਹਦੇ ਨੈਗੇਟਿਵਿਟੀ ਨੂੰ, ਤੇ ਕੱਥਕ ਕਲੀ ਤੇ ਗਿੱਧੇ 'ਚ ਧਮਾਲਾਂ ਜਿਹੜੀਆਂ, ਕੱਥਕ ਕਲੀ ਤਾਂ ਯਾਰ ਬਹੁਤ ਐਡਵਾਂਸ, ਬਹੁਤ ਵੈਲ ਡਿਸਿਪਲਨ। ਸਾਡੇ ਗਿੱਧੇ ਦੇ ਨੋ ਡਾਊਟ ਉਹਦੇ ਮੈਂ ਉੱਤੇ ਤੇ ਕਿੰਤੂ ਨਹੀਂ ਕਰ ਰਿਹਾ ਕਿ ਸਾਡੇ ਗਿੱਧੇ ਦੀ ਧਮਾਲ ਹੋ ਰਿਹਾ, ਪਰ ਜਿਹੜੀ ਕੱਥਕ ਕਲੀ ਆ, ਨਾਚੀ ਜਿਹੜੀ ਹੈ, ਡਾਂਸਰ ਜਿਹੜੀ ਹੈ ਯਾਰ, ਉਹ ਕਲਾਸੀਕਲ ਗਿਣਿਆ ਜਾਂਦਾ। ਅਸੀਂ ਫੋਕ ਆ, ਔਰ ਕਲਾਸੀਕਲ ਵੱਡਾ ਹੁੰਦਾ ਆ, ਫੋਕ ਵੀ ਵੱਡਾ ਹੁੰਦਾ, ਪਰ ਕਲਾਸੀਕਲ ਕਿਤੇ ਨਾ ਕਿਤੇ ਜਾ ਕੇ ਨਾ ਯਾਰ ਉਹਦੀ ਅਹਿਮੀਅਤ ਜਿਹੜੀ ਹੈ ਨਾ ਫੋਕ ਦੇ ਮੁਕਾਬਲੇ ਤੇ ਬਹੁਤ ਵੱਡੀ ਹੁੰਦੀ ਹੈ। ਦੇਸੀ ਤੋਂ ਕਲਾਸੀਕਲ, ਤੁਸੀਂ ਮਤਲਬ ਦੇਸੀ ਨੂੰ ਵਡਿਆ ਰਹੇ, ਕਲਾਸੀਕਲ ਨੂੰ ਨਿੰਦ ਰਹੇ। ਤੁਸੀਂ ਲਿਟਰੇਚਰ 'ਚ ਉਹਦੇ ਕੰਪੈਰੀਜ਼ਨ ਕਿੰਨਾ ਕਰ ਰਹੇ, ਉਹ ਹੋਰ ਜ਼ਿਆਦਾ ਅੱਖਰ ਹੋ ਜਾਣਾ। ਫਿਰ ਨਾਮ ਹੀ ਬਦਲਣਾ, ਹਿਲਜੁਲ ਤਾਂ ਉਹ ਸੀ। ਮਸਲਾ ਵੀ ਹੱਲ ਹੋ ਗਿਆ ਤੇ ਸਰਕਾਰ ਵੀ ਖੁਸ਼ ਹੋ ਗਈ। ਸੱਪ ਹੀ ਪਾਸੇ ਕਰ ਦਿੱਤਾ, ਮਾਰਨ ਦੀ ਲੋੜ ਹੀ ਨਹੀਂ ਪਈ। ਇਸ ਲਈ ਬਿਨਾਂ ਲਾਠੀ ਤੋਂ ਹੀ ਸਰ ਗਿਆ। ਰਾਮ ਸਿੰਘ ਵਾਲੀ ਟਿੱਬੀ ਰਾਮਲੀ ਬਣ ਗਈ, ਪਰ ਇਹ ਨਾਵਲ ਸਵਾਹਾ ਨਾਵਲ ਨਹੀਂ ਬਣਿਆ ਮੈਨੂੰ ਜਿਹੜਾ ਲੱਗਾ ਹੈ ਉਹ। ਪਰ ਇਹ ਏਡਾ ਵੱਡਾ ਨਾਵਲ ਹੈ ਭਾਈ। ਇਹ ਨਾਵਲ ਵੀ ਰੱਬ ਤੁਹਾਡਾ ਭਲਾ ਕਰੇ, 237 38 ਪੇਜਾਂ ਦਾ, 40 45 ਦਾ। ਪੋਸਟ ਸਕ੍ਰਿਪਟ ਵੀ ਹੈ, ਪੋਸਟ ਸਕ੍ਰਿਪਟ ਕਈ ਨੇ, ਪੋਸਟ ਸਕ੍ਰਿਪਟਾਂ। ਮੈਂ ਇਹ ਨਾਵਲ ਵੈਸੇ ਪੜ੍ਹਿਆ, ਪਰ ਮੈਨੂੰ ਨਹੀਂ ਲੱਗਾ ਕਿ ਇਹ ਨਾਵਲ। ਮੈਂ ਫਿਰ ਤੁਹਾਨੂੰ ਇਹ ਆਖਰੀ ਬਾਬੇ ਦੀ ਜਗ੍ਹਾ ਸਾਡੇ ਬਹੁਤ ਹੀ ਗ੍ਰੇਟ ਰਾਈਟਰ KL ਗਰਗ ਹੋਰਾਂ ਨੇ ਐਲੀ ਵਾਈਜ਼ਲ ਦੇ ਨਾਵਲ ਅਨੁਵਾਦ ਕੀਤੇ। ਐਲੀ ਵਾਈਜ਼ਲ ਦੇ 3 ਨਾਵਲ ਅਨੁਵਾਦ ਕੀਤੇ, ਡਾਨ, ਨਾਈਟ, ਦਾ ਐਕਸੀਡੈਂਟ। ਅਨੁਵਾਦ ਕਿੱਦਾਂ ਕਰੀਦਾ, ਇਹਦੇ ਤੇ ਤਾਂ ਅਸੀਂ ਸਾਰੇ ਰਸ਼ੀਅਨ ਅਨੁਵਾਦਾਂ ਤੋਂ, ਕਾਂਵੜਜਗੀ ਸਿੰਘ ਆਨੰਦ ਹੋਰਾਂ ਤੋਂ ਲੈ ਕੇ ਤੇ ਸਾਰੇ ਅਸੀਂ ਕਰਨਜੀਤ ਹੋਰਾਂ ਨੂੰ, ਤੇ ਉਹ ਸਾਰੇ ਜਿੰਨੇ ਲੋਕ ਉਸ ਵੇਲੇ ਕਰਦੇ, ਗੁਰੂ ਬਖਸ਼ ਹੋਰੀ ਕਰਦੇ ਆ। ਆਸ਼ ਘਰ ਉੱਠੀਦਾ ਆ। ਮੈਂ ਅੰਨਾ ਕਰਨ ਇੰਨਾ ਪਿਛਲੇ ਦਿਨਾਂ ਲੋਕਡਾਊਨ 'ਚ ਪੜ੍ਹਿਆ, ਡਾਕਟਰ ਕਰਨਜੀਤ ਜੀ ਹੋਰਾਂ ਦਾ ਅਨੁਵਾਦ ਕੀਤਾ ਹੋਇਆ। ਯਾਰ ਸਵਾਦ ਆ ਜਾਂਦਾ ਪੜ੍ਹ ਕੇ। ਇਸੇ ਤਰ੍ਹਾਂ ਹੀ KL ਗਰਗ ਹੋਰਾਂ ਨੇ, ਹਾਲਾਂਕਿ ਇਹ ਬਹੁਤ ਔਖੇ ਨਾਵਲ ਸੀਗੇ, ਬੜੇ ਕਰੂਐਲਿਟੀ ਤੇ ਹੋਰ ਸਾਰੇ ਦੇ ਨਾਲ ਭਰੇ ਹੋਏ ਨਾਵਲ ਸੀਗੇ, ਪਰੰਤੂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਨੁਵਾਦ ਕੀਤਾ ਤਾਂ ਸੈਲਿਊਟ ਕਰਨਾ ਬਣਦਾ KL ਗਰਗ। ਪਹਿਲੇ ਤਾਂ ਉਹਦੇ ਚੁਆਇਸ ਨੂੰ, ਫਿਰ ਇਹ ਨਾਵਲ ਸਾਡੇ ਤੱਕ ਪਹੁੰਚਾਉਣ 'ਚ ਉਹਨਾਂ ਦੇ ਅਨੁਵਾਦ ਨੂੰ ਕਰਨਾ ਪੈਂਦਾ। ਕੱਲ੍ਹ ਮੈਂ ਕਰ ਰਿਹਾ ਸੀਗਾ ਕਿ ਉਹ ਸੰਕਟਾਂ ਦੀਆਂ ਘੜੀਆਂ, ਉਹ ਕੰਟੈਂਟ ਜਿਹੜਾ ਹੈ ਉਹ ਜਦੋਂ ਫੋਰਮ 'ਚ ਕਨਵਰਟ ਹੋਣਾ, ਸਾਹਿਤ ਦੀ ਫੋਰਮ 'ਚ ਕਨਵਰਟ ਹੋਣਾ, ਤੇ ਫਿਰ ਭਾਈ ਉਹਦਾ ਸਾਹਿਤਿਕ ਹੋਣਾ ਕਿਵੇਂ ਲਾਜ਼ਮੀ ਹੈ। ਮੈਂ 1-2 ਪੈਰੇ ਇਹਦੇ ਵਿੱਚੋਂ ਪੜ੍ਹ ਦਿੰਦਾ, ਤੁਹਾਨੂੰ ਪਤਾ ਲੱਗ ਜਾਏਗਾ। ਨਾਵਲ ਹੈ ਪੌ ਫਟਾਲਾ, ਡਾਨ ਜਿਹਦੀ ਅੰਗਰੇਜ਼ੀ 'ਚ ਅਸੀਂ ਦੇਖਿਆ, ਉਹਨਾਂ ਨੇ ਪੌ ਫਟਾਲਾ ਉਹਦਾ ਨਾਮ ਦਿੱਤਾ। ਕਿ ਇਹ ਹਾਸੇ ਵਾਲੀ ਗੱਲ ਨਹੀਂ। ਉਸ ਆਖਿਆ, ਮੌਤ ਨੇ ਸੱਚਮੁੱਚ ਮੇਰੀ ਜ਼ਿੰਦਗੀ ਬਚਾਈ ਸੀ। ਕਿਆ ਕਹਿ ਜੋ ਮੈਂ ਜੇ ਕੀ ਫਿਕਰਾ ਕਹਿ ਰਿਹਾ। ਉਸ ਆਖਿਆ, ਮੌਤ ਨੇ ਸੱਚਮੁੱਚ ਮੇਰੀ ਜ਼ਿੰਦਗੀ ਬਚਾਈ ਸੀ। ਅਸੀਂ ਕਈ ਮਿੰਟ ਚੁੱਪ ਰਹੇ, ਜਿਵੇਂ ਉਸ ਦੀ ਜ਼ਿੰਦਗੀ ਬਚਾਉਣ ਲਈ ਮੌਤ ਨੂੰ ਸ਼ਰਧਾਂਜਲੀ ਦੇ ਰਹੇ ਹੋਈਏ, ਜਿਸ ਨੇ ਇੱਕ ਭੋਲੇ ਭਾਲੇ ਤੇ ਪੀੜਤ ਚਿਹਰੇ ਵਾਲੇ ਬੰਦੇ ਨੂੰ ਪਾਗਲ ਦਾ ਤਖੱਲਸ ਦਿਲਵਾ ਦਿੱਤਾ ਸੀ। ਕਈ ਦਿਨਾਂ ਬਾਅਦ ਜਦੋਂ ਮੈਂ ਪਾਗਲਖਾਨਾ ਛੱਡਿਆ, ਮੈਂ ਦੇਖਿਆ ਮੇਰੇ ਵਾਲ ਸਫੇਦ ਹੋ ਚੁੱਕੇ ਸਨ। ਕਹਿ ਕੇ ਜੌਬ ਨੇ ਆਪਣੀ ਗੱਲ ਮੁਕਾਈ। ਮੌਤ ਦੇ ਇਹ ਨਿੱਕੇ ਨਿੱਕੇ ਮਜ਼ਾਕ ਹਨ, ਮੈਂ ਆਖ ਦਿੱਤਾ ਸੀ। ਮੌਤ ਨੂੰ ਲੋਕਾਂ ਦੇ ਵਾਲਾਂ ਦਾ ਰੰਗ ਬਦਲਣਾ ਚੰਗਾ ਲੱਗਦਾ ਹੈ। ਕਿਆ ਬਾਤ ਆ ਯਾਰ, ਦਿਸ ਇਜ਼ ਲਿਟਰੇਚਰ। ਮੌਤ ਨੂੰ ਲੋਕਾਂ ਦੇ ਵਾਲਾਂ ਦਾ ਰੰਗ ਬਦਲਣਾ ਚੰਗਾ ਲੱਗਦਾ ਹੈ। ਮੌਤ ਦੇ ਵਾਲ ਨਹੀਂ ਹੁੰਦੇ, ਇਸ ਦੀਆਂ ਕੇਵਲ ਅੱਖਾਂ ਹੁੰਦੀਆਂ ਹਨ। ਦੂਸਰੇ ਪਾਸੇ ਰੱਬ ਦੀਆਂ ਅੱਖਾਂ ਵੀ ਨਹੀਂ ਹੁੰਦੀਆਂ। ਯਾਰ ਐਵੇਂ ਲਿਟਰੇਚਰ ਕਹਿੰਦੇ ਆ। ਮੈਂ 2 ਹਲਕੇ ਛੋਟੇ ਪੈਰੇ ਹੋਰ ਪੜ੍ਹ ਦਿੰਦਾ। ਇਹ ਲਿਟਰੇਚਰ ਹੁੰਦਾ ਹੈ, ਇਹਨੂੰ ਲਿਟਰੇਚਰ ਹੁੰਦਾ। ਅੱਜ ਇਸ ਲਿਟਰੇਚਰ ਨੂੰ ਪੜ੍ਹਨ ਦੀ ਲੋੜ ਹੈ। ਜਿੱਦਾਂ ਐਕਸੀਡੈਂਟ ਨੂੰ, ਨਾਈਟ ਨੂੰ ਖਾਸ ਕਰਕੇ ਪੜ੍ਹਨ ਦੀ ਲੋੜ ਹੈ, ਜਿਹਨਾਂ ਮਰਹਲਿਆਂ 'ਚੋਂ ਅਸੀਂ
ਗੁਜ਼ਰ ਰਹੇ ਆ, ਜਿਨ੍ਹਾਂ ਤਸੀਹਾ ਕੈਂਪਾਂ ਦੇ ਵਿੱਚ ਸਾਡੇ ਭਾਰਤ ਦੇ ਲੋਕ ਨੇ, ਕਸ਼ਮੀਰੀ ਨੇ, ਇਹਨਾਂ ਨਾਵਲਾਂ ਨੂੰ ਪੜ੍ਹਨ ਦੀ, ਇਹਨਾਂ ਨੂੰ ਪ੍ਰਸਾਰਨ ਦੀ ਲੋੜ ਆ। ਇਹ ਨਾਵਲ ਨੇ, ਦੈਟਸ ਵਾਈ ਇਹ ਸੈਂਕੜੇ ਦਰਜਨਾਂ ਸੈਂਕੜਿਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਜਾਂਦੇ ਨੇ, ਔਰ ਉਸੇ ਤਰ੍ਹਾਂ ਟਹਿਕਦੇ ਰਹਿੰਦੇ, ਉਸੇ ਤਰ੍ਹਾਂ ਲੜਦੇ ਰਹਿੰਦੇ ਨੇ ਤਲਵਾਰ ਵਾਂਗ ਖੜੇ ਸ਼ਬਦਾਂ ਦੇ ਨਾਲ। ਮੈਂ 2 ਪੈਰੇ ਪੜ੍ਹਦਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ, ਮੈਂ ਕੀ ਸਮਝਣਾ ਚਾਹੁੰਦਾ, ਮੈਂ ਕੀ ਅੰਡਰਸਟੈਂਡ ਕੀ ਕਰਨਾ ਚਾਹੁੰਦਾ, ਵਾਟ ਇਜ਼ ਲਿਟਰੇਚਰ ਦੇ ਤਹਿਤ, ਜਾਂ ਕਿਵੇਂ ਪੜ੍ਹੀਏ ਲਿਟਰੇਚਰ, ਜਾਂ ਕਿਵੇਂ ਲਿਖੀਏ ਲਿਟਰੇਚਰ। ਯਾਰ ਈਵਨ ਮੈਂ ਰਿਵਾਲਵਰ ਦਾ ਪੱਕ ਕਰਨ ਲਈ ਆਪਣੀ ਜੇਬ ਨੂੰ ਥਾਪੜਿਆ। ਯਾਰ ਹੁਣ ਜੇਬ ਥਾਪੜ ਦਾ ਮਤਲਬ, ਜੇਬ ਥਾਪੜਨ ਦਾ ਕਿ ਰਿਵਾਲਵਰ ਹੈ ਉੱਥੇ, ਇਹ ਉੱਥੇ ਹੀ ਸੀ। ਅਸਲ ਵਿੱਚ ਮੈਨੂੰ ਇੱਕ ਅਜੀਬ ਜਿਹਾ ਪ੍ਰਭਾਵ ਸੀ ਕਿ ਇਹ ਜਿਉਂਦਾ ਸੀ, ਕਿ ਇਸ ਦੀ ਜ਼ਿੰਦਗੀ ਦਾ ਹੀ ਇੱਕ ਹਿੱਸਾ ਸੀ, ਕਿ ਇਸ ਦੇ ਵਰਤਮਾਨ ਅਤੇ ਭੂਤਕਾਲ ਦੀ ਹੋਣੀ ਮੇਰੀ ਆਪਣੀ ਹੀ ਹੋਣੀ ਸੀ। ਮੈਂ ਇਸ ਦੀ ਹੋਣੀ ਸਾਂ ਅਤੇ ਇਹ ਮੇਰੀ। ਘੰਟੇ ਬਾਅਦ ਇਹ ਵੀ ਬਦਲ ਚੁੱਕਿਆ ਹੋਵੇਗਾ, ਮੈਂ ਸੋਚਿਆ ਸੀ। ਕਿਆ ਰਿਵਾਲਵਰ ਕਿਵੇਂ ਬਦਲ ਜਾਏਗਾ ਯਾਰ, ਕਿਉਂਕਿ ਉਹ ਬਦਲ ਜਾਏਗਾ। ਫਿਰ ਉਹ ਕਹਿੰਦਾ, ਮੈਂ ਆਇਆ ਦੇਖ ਕੇ ਜੌਨ ਡਾਸਨ ਨੇ ਨਾ ਤਾਂ ਕੋਈ ਹੈਰਾਨੀ ਅਤੇ ਨਾ ਹੀ ਕਿਸੇ ਕਿਸਮ ਦਾ ਭੈ ਜ਼ਾਹਿਰ, ਮੈਨੂੰ ਆਇਆ ਦੇਖ ਕੇ ਜੌਨ ਡਾਸਨ ਨੇ ਨਾ ਤਾਂ ਕੋਈ ਹੈਰਾਨੀ ਅਤੇ ਨਾ ਹੀ ਕਿਸੇ ਕਿਸਮ ਦਾ ਭੈ ਜ਼ਾਹਿਰ ਕੀਤਾ। ਉਹ ਪੂਰਾ ਖਲੋਣ ਦੀ ਥਾਂ ਬੈਠਾ ਹੋ ਗਿਆ। ਉਸ ਬਿਨਾਂ ਕੋਈ ਸ਼ਬਦ ਬੋਲਿਆ। ਦੂਰੋਂ ਮੈਨੂੰ ਇਉਂ ਦਿਖਿਆ ਜਿਵੇਂ ਮੇਰੀ ਚੁੱਪ ਦੀ ਡੂੰਘਾਈ ਮਾਪ ਰਿਹਾ ਹੋਵੇ। ਇਹ ਦੇਖਣਾ ਹੁੰਦਾ, ਇਹ ਸੂਖਮਤਾ ਹੁੰਦੀ ਹੈ, ਇਹ ਹੁੰਦਾ ਭਾਈ ਲਿਟਰੇਚਰ। ਉਹ ਮੈਨੂੰ ਉਸ ਬਿਨਾਂ ਕੋਈ ਸ਼ਬਦ ਬੋਲਿਆ। ਦੂਰੋਂ ਮੈਨੂੰ ਇਉਂ ਦੇਖਿਆ ਜਿਵੇਂ ਮੇਰੀ ਚੁੱਪ ਦੀ ਡੂੰਘਾਈ ਮਾਪ ਰਿਹਾ ਹੋਵੇ। ਮੈਨੂੰ ਪਲ ਦੀ ਪਲ ਜਾਪਿਆ ਜਿਵੇਂ ਮੈਨੂੰ ਅੱਖਾਂ ਦਾ ਹੀ ਇੱਕ ਲਬਾਦਾ ਸਮਝ ਰਿਹਾ ਹੋਵੇ। ਨੂੰ ਕਹਿੰਦੇ ਆ ਡੈਪਥ, ਇਹਨੂੰ ਕਹਿੰਦੇ ਆ ਸਾਹਿਤਿਕ ਭਾਸ਼ਾ, ਇਹਨੂੰ ਕਹਿੰਦੇ ਸਾਹਿਤ। ਇਹ ਸਾਹਿਤ ਦੀ ਭਾਸ਼ਾ ਹੁੰਦੀ ਆ। ਇਹ ਪੈਰੇ ਬਣਦੇ ਆ। ਇਹ ਸਾਹਿਤ ਦੇਖਦਾ ਆ ਆਪਣੇ ਕਰੈਕਟਰਾਂ ਨੂੰ, ਉਹਨਾਂ ਦੇ ਵਿਹਾਰ ਨੂੰ, ਉਹਨਾਂ ਦੀ ਮਨੋਚੇਤਨਾ ਨੂੰ, ਉਹਨਾਂ ਦੀ ਚੇਤਨਾ ਨੂੰ, ਉਹਨਾਂ ਦੇ ਸਟਰੀਮ ਆਫ ਕੌਨਸ਼ੀਅਸਨੈਸ ਨੂੰ। ਉਹ ਇਸੇ ਕਰਕੇ ਇਹ ਬਾਹਰ ਜਾ ਕੇ ਅਨੁਵਾਦ ਹੁੰਦੀਆਂ ਨੇ। ਇਸੇ ਕਰਕੇ ਲੋਕ ਇਹਨਾਂ ਨੂੰ ਸਦੀਆਂ ਤੱਕ ਪੜ੍ਹਦੇ ਨੇ, ਗ੍ਰਹਿਣ ਕਰਦੇ ਨੇ, ਸਾਂਭ ਕੇ ਰੱਖਦੇ ਨੇ। ਇਹ ਸਾਹਿਤ ਹੁੰਦਾ। ਜਾਂ ਸਾਡੇ ਕਿੱਥੇ ਫਸ ਜਾਂਦੇ ਨੇ ਅਸੀਂ। ਤੁਸੀਂ ਪਰਮਜੀਤ ਜੱਜ ਹੋਰਾਂ ਦੇ 6 ਨਾਵਲ ਆ ਗਏ ਨੇ। ਸਾਡੇ ਬਹੁਤ ਸਤਿਕਾਰਯੋਗ ਪ੍ਰੋਫੈਸਰ, ਸਮਾਜਿਕ ਵਿਗਿਆਨ ਦੇ ਉਹ ਪ੍ਰੋਫੈਸਰ, ਸੋਸ਼ੀਓਲੋਜੀ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ। ਭੁੱਸ ਪੈ ਗਿਆ, ਨਾਵਲ ਵੀ ਲਿਖਣੇ ਆ ਭਾਈ ਉਹਨਾਂ ਨੇ। ਪੀਤੂ ਤੋਂ ਲੈ ਕੇ ਤੇ ਅੱਜ ਕੱਲ੍ਹ ਉਹਨਾਂ ਦਾ ਇੱਕ ਨਾਵਲ ਪੜਤਾਲ, ਉਹਦੇ 'ਤੇ ਚਰਚਾ ਡਾਕਟਰ ਰਜਨੀਸ਼ ਬਹਾਦਰ ਹੋਰੀ ਕਰ ਰਹੇ ਸੀਗੇ, ਪੜਤਾਲ ਬਾਰੇ ਕਿ ਕਿਵੇਂ ਇੱਕ ਕਤਲ ਦੀ ਪੜਤਾਲ ਦੇ ਉੱਤੇ ਉਹਨਾਂ ਨੇ ਉਹ ਲੈ ਕੇ ਨਾਵਲ ਲਿਖਿਆ ਹੈ। ਜਾਂ ਪੀਤੂ ਤੋਂ ਬਾਅਦ ਉਹਨਾਂ ਦੇ ਹੋਰ ਬਹੁਤ ਸਾਰੇ ਨਾਵਲ ਆਏ ਸੀਗੇ। ਮੈਂ ਕੋਸ਼ਿਸ਼ ਕੀਤੀ ਪੜ੍ਹਨੇ ਦੀ, ਮੇਰੇ ਕੋਲ ਪੜ੍ਹੇ ਹੀ ਨਹੀਂ ਜਾ ਸਕੇ, ਕਿਉਂਕਿ ਮੈਂ ਜਦੋਂ ਸਾਹਿਤ ਪੜ੍ਹਦਾ ਮੈਨੂੰ ਪਹਿਲਾਂ ਉਹਦੀ ਸਾਹਿਤ ਹੋਣ ਦੀ ਸ਼ਰਤ ਪੂਰੀ ਹੋਣੀ ਚਾਹੀਦੀ। ਮੈਂ ਪੜਤਾਲ ਦੀ ਵੀ ਕੋਸ਼ਿਸ਼ ਕੀਤੀ, ਮੇਰੇ ਕੋਲ ਨਹੀਂ ਪੜ੍ਹਿਆ ਗਿਆ। ਤਾਂ ਮੈਨੂੰ ਕਿਤੇ ਲੱਗਾ ਯਾਰ ਨਹੀਂ, ਸਾਹਿਤ ਹੋਰ ਹੁੰਦਾ ਆ। ਸਾਹਿਤ ਦੇ ਵਿੱਚ ਫੋਰਮ ਦੀ ਗੱਲ ਤਾਂ ਮੈਨੂੰ ਕੰਟੈਂਟ ਰੜਕਦਾ ਰਹਿੰਦਾ। ਜਿਵੇਂ ਇਹਨਾਂ ਨੇ ਆਖਰੀ ਬਾਬੇ ਕਹਿ ਦਿੱਤਾ ਤੇ ਇਹਨਾਂ ਦੇ ਤਰਾਂਟਾਂ ਪੈਂਦੀਆਂ ਨੇ। ਸਾਡਾ ਬਾਬਾ ਗੁਰਦਿਆਲ ਸਿੰਘ ਜਿਸ ਵੇਲੇ ਮੜੀ ਦਾ ਦੀਵਾ ਲਿਖਦਾ ਆ, ਮੈਂ ਉਹਦੇ 'ਤੇ ਆਰਟੀਕਲ ਵੀ ਲਿਖਿਆ ਸੀਗਾ। ਇੱਕ ਬਹੁਤ ਵੱਡਾ ਅੰਗਰੇਜ਼ੀ ਦਾ ਮੈਗਜ਼ੀਨ ਹੈ, ਉਹਦੇ ਵਿੱਚ ਛਪਿਆ ਸੀ ਉਹ। ਬਹੁਤ ਸਾਰੇ ਦੋਸਤਾਂ ਨੇ ਉਹਦੇ 'ਤੇ ਫਿਰ ਮੇਰੇ ਨਾਲ ਡਿਬੇਟ ਦੇ ਵਿੱਚ ਵੀ ਪਏ ਬਹੁਤ ਸਾਰਿਆਂ ਨੇ। ਉਹਦੀ ਗੱਲ ਦੇ ਵਿੱਚ ਹਾਂ ਜਹਾਂ ਵੀ ਮਿਲਾਈ ਸੀ ਕਿ ਭਾਈ ਜਿਸ ਵੇਲੇ ਪੂੰਜੀਵਾਦ ਆਪਣਾ ਪੈਰ ਪਸਾਰ ਰਿਹਾ ਆ, ਜਿਸ ਵੇਲੇ ਨਵੀਂ ਟੈਕਨੀਕ ਪਸਾਰ ਰਹੀ ਆ, ਜਿਸ ਵੇਲੇ ਨਵੀਆਂ ਮਨੌਤਾਂ ਆ ਰਹੀਆਂ ਆ, ਤਾਂ ਉਹ ਬਾਬਾ ਪਹਿਲੀ ਵਾਰ ਆ ਕਿ ਕੋਈ ਨਾਵਲਕਾਰ ਕੋਈ ਸ਼ਿੱਦਤ ਦੇ ਨਾਲ ਸਾਰੀਆਂ ਤਬਾਦਲਿਆਂ ਨੂੰ ਉਹ ਸਾਡੇ ਸਾਹਮਣੇ ਪੇਸ਼ ਕਰੀ ਜਾ ਰਿਹਾ। ਪਰ ਉਹ ਜਿਸ ਵੇਲੇ ਸੀਰੀ ਜਿਹੜਾ ਹੈ ਉਹ ਉਜਰਤੀ ਕਾਮਾ ਬਣ ਰਿਹਾ ਹੈ, ਤਾਂ ਇਹ ਤਾਂ ਬਹੁਤ ਵਧੀਆ ਗੱਲ ਹੈ। ਸੀਰਪੁਣੇ ਤੋਂ ਛੁਟਕਾਰਾ, ਤਾਂ ਗੁਲਾਮੀ ਤੋਂ ਛੁਟਕਾਰਾ ਹੈ ਉਹਦਾ। ਉਜਰਤੀ ਕਾਮਾ ਬਣਨਾ ਤਾਂ ਉਹਦਾ ਬਹੁਤ ਵੱਡੀ ਗੱਲ ਹੈ। ਪਰ ਸੀਰੀ ਤੋਂ ਉਜਰਤੀ ਕਾਮਾ ਬਣਨ ਦੇ ਬਾਰੇ ਦੇ ਵਿੱਚ ਗੁਰਦਿਆਲ ਸਿੰਘ ਦੇ ਤਰਾਂਟਾਂ ਪੈਂਦੀਆਂ ਨੇ ਦਿਮਾਗ 'ਚ, ਮਗਜ਼ ਦੇ ਵਿੱਚ। ਉਹਦੇ ਭਾਅ ਦਾ ਹੁੰਦਾ ਵੀ ਇਹ ਧਰਮ ਮੁੱਕ ਗਿਆ, ਇਹ ਤਾਂ ਮੜੀ ਬਣ ਗਈ। ਉਹ ਵੀ ਮੜੀ ਬਣਾ ਦਿੰਦਾ ਉਸ ਸਾਰੇ ਸੀਰੀ ਦੇ ਸੰਬੰਧ ਦੀ। ਭਾਈ ਸੀਰੀ ਦਾ ਸੰਬੰਧ ਗੁਲਾਮੀ ਦਾ ਸੰਬੰਧ ਸੀਗਾ। ਤੁਸੀਂ ਉਹਨੂੰ ਸੈਲੀਬ੍ਰੇਟ ਕਰਦੇ ਆ, ਤੁਸੀਂ ਉਹਨੂੰ ਸੰਤ ਰਾਮ ਉਦਾਸੀ ਵੀ ਸੈਲੀਬ੍ਰੇਟ ਕਰਦਾ ਹੈ,
ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਮੈਂ ਨਹੀਂ ਇਹਨਾਂ ਐਗਰੀ ਕਰਦਾ। ਜਦੋਂ ਸੀਰੀ ਉਜਰਤੀ ਕਾਮਾ ਬਣਦਾ ਆ ਤਾਂ ਉਹ ਗੁਲਾਮੀ ਚੋਂ ਬਾਹਰ ਨਿਕਲਦਾ ਆ। ਔਰ ਜੇ ਕੈਪੀਟਲ ਆਏਗਾ, ਪੂੰਜੀਵਾਦ ਆਏਗਾ ਤਾਂ ਸੀਰ ਪੁਣੇ ਖਤਮ ਹੋਣਗੇ। ਜੇ ਤੁਰਕ ਆਏ, ਉਹਨਾਂ ਨੇ ਸ਼ਹਿਰ ਵਸਾਏ, ਸਾਡਾ ਸੀਰੀ ਸੇਪੀ ਜਿਹੜਾ ਕਰਦਾ ਸੀਗਾ ਆਰਟੀਜਨ ਸ਼੍ਰੇਣੀ ਦਾ ਜਲਾਇਆ ਤੇ ਚਮਾਰ ਬਾਹਰ ਨਿਕਲਿਆ, ਤੇ ਉਹ ਉਸ ਵੇਲੇ ਉਹ ਕਬੀਰ ਤੇ ਰਵਿਦਾਸ ਬਣਿਆ। ਅਦਰਵਾਈਜ਼ ਨਹੀਂ ਸੀ ਬੋਲ ਸਕਦਾ। ਉਹ ਪਿੰਡ ਦੀ ਇਕੋਨਮੀ 'ਚ ਨਹੀਂ ਭਾਈ ਬੋਲ ਸਕਦਾ ਹੁੰਦਾ। ਵੱਜੀ ਹੋਈ ਇਕੋਨਮੀ ਹੁੰਦੀ ਆ। ਸਾਨੂੰ ਉਸ ਇਕੋਨਮੀ ਦੇ ਟੁੱਟਣ ਤੇ ਖੁਸ਼ੀ ਹੋਣੀ ਚਾਹੀਦੀ ਆ। ਜਸਵੀਰ ਮੰਡ ਹੋਰਾਂ ਨੂੰ ਵੀ ਉਸ ਇਕੋਨਮੀ ਦੇ ਉੱਤੇ ਟੁੱਟਣ ਤੇ ਜਿਹੜੇ ਉਹ ਖੁਸ਼ੀ ਹੋਣੀ ਚਾਹੀਦੀ ਆ। ਉਹ ਕਿਵੇਂ, ਜੇ ਉਹ ਕਹਿੰਦੀ ਆ ਭਾਈ ਕਣਕ ਵਿਗੜ ਗਈ ਤਾਂ ਲੇਟੀ ਤੇ ਤਾਂ ਨਹੀਂ ਗਈ। ਉਹ ਇਹਦੇ ਵਿੱਚ ਇੱਕ ਕਰੈਕਟਰ ਬੀਬੀ ਬੋਲਦੀ ਆ ਤੇ ਉਹਨੂੰ ਵਿਰਸੇ ਨੂੰ ਲੱਗਦਾ ਵੀ ਕਈ ਦਿਨਾਂ ਬਾਅਦ ਕੋਈ ਸ਼ਬਦ ਜਾਗੇ ਆ ਤੇ ਉਹ ਉਹਦਾ ਹਿੱਸਾ ਨੇ। ਉਹ ਜਿਹੜੇ ਸ਼ਬਦ ਜਾਗਦੇ ਨੇ ਉਹਦੇ ਨੌਸਟੈਲਜੀਏ ਚੋਂ ਹੀ ਬੰਦਾ ਉਹ ਸਾਰੇ ਦਾ ਸਾਰਾ ਜੀ ਜਾਂਦਾ। ਜਸਵੀਰ ਮੰਡ ਉੱਥੇ ਸਾਰੇ ਦਾ ਸਾਰਾ ਜੀ ਜਾਂਦਾ ਆ। ਪਰ ਸਾਹਿਤਕ ਭਾਸ਼ਾ, ਸਾਹਿਤਕ ਡੂੰਘਾਣ, ਡੈਪਥ ਜਿਹੜੀ ਹੈ ਉਹ ਜਸਵੀਰ ਮੰਡ ਦੇ ਇਸ ਨਾਵਲ ਦੇ ਵਿੱਚੋਂ ਇੰਨੀ ਕੁ ਹੈ ਕਿ ਤੁਸੀਂ ਰੱਜ ਕੇ ਮਤਲਬ ਰਿਚ ਹੋ ਕੇ, ਅਮੀਰ ਹੋ ਕੇ, ਔਰ ਜਿੰਨੀ ਸਹਿਜਤਾ ਹੈ, ਭਾਸ਼ਾਈ ਸਹਿਜਤਾ ਜਿਹੜੀ ਹੈ ਉਹਦਾ ਵੀ ਤੁਸੀਂ ਲੁਤਫ ਲੈਂਦੇ ਹੋ। ਪਰ ਇਸ ਸਾਰੇ ਲੁਤਫ ਦੀ ਕਿਰਕਰੀ ਉਦੋਂ ਹੋ ਜਾਂਦੀ ਆ ਜਦੋਂ ਐਂਡ ਦੇ ਉੱਤੇ ਨਿਚੋੜ ਇਹ ਨਿਕਲਦਾ ਕਿ ਭਾਈ ਇਹ ਆਖਰੀ ਬਾਬਿਆਂ ਪ੍ਰਤੀ ਪੀੜ੍ਹੀਆਂ ਦੇ ਵਰਤਾਓ ਨੂੰ ਨਫ਼ਰਤ ਨਾਲ ਜਾਂ ਇਸ ਤਰੀਕੇ ਦੇ ਨਾਲ ਦੇਖ ਰਿਹਾ ਕਿ ਡਿਸਐਗਰੀ ਕਰ ਰਿਹਾ ਉਸ ਸਾਰੇ ਵਰਤਾਓ ਨਾਲ, ਉਹਨੂੰ ਕੱਟ ਦੇਣਾ ਚਾਹੁੰਦਾ। ਉਹਨੂੰ ਇਸ ਤਰੀਕੇ ਦਾ ਪੇਸ਼ ਕਰਕੇ ਸਾਡੇ ਸਾਹਮਣੇ ਪੇਸ਼ ਕਰਦਾ ਕਿ ਇਹ ਸਾਰੇ ਦੇ ਸਾਰੇ ਅਨੈਤਿਕ ਨੇ, ਅਮਾਨਵੀ ਨੇ, ਜਾਂ ਇਹ ਸਾਰੇ ਗਰਕ ਗਏ ਨੇ। ਕਿਵੇਂ ਹਾਈਬ੍ਰਿਡ ਆ ਜਾਂਦੀ ਆ, ਸਟਾਰਟਿੰਗ 'ਚ ਹੀ ਹਾਈਬ੍ਰਿਡ ਆ ਜਾਂਦੀ, ਉਹ ਡਿਬੇਟ ਆ ਜਾਂਦੀ, ਉਹ ਸਾਰੀ ਦੀਆਂ ਸਾਰੀਆਂ ਔਲੂ ਆ ਜਾਂਦਾ। ਟਰੈਕਟਰ ਤੋਂ ਨਫ਼ਰਤ ਹੈ ਉਹਨੂੰ। ਉਹ ਬਾਬੇ ਨੂੰ ਪਟੇ ਜਿਹੜੇ ਬਿੱਛੂ ਨਟ ਦੇਖ ਰਹੇ, ਜੋ ਪਟਾ ਚੱਲਦਾ ਹੁੰਦਾ ਸੀਗਾ ਜਿਹੜਾ ਉਹ, ਤਾਂ ਉਹਦੇ ਬਿੱਛੂ ਨਟ ਕਿਆ ਯਾਰ, ਉਹ ਨਟਾਂ ਦੀ ਵੀ ਉਹ ਦੱਸੀ ਆ ਬਣਤਰ। ਖੂਬਸੂਰਤੀ ਇਹ ਆ ਵੀ ਉਹਦੇ ਬਿੱਛੂ ਨਟ ਜਿਹੜੇ ਆ ਉਹ ਉਹਨੂੰ ਪਿਆਰੇ ਲੱਗਦੇ ਆ। ਪਰ ਜਿਸ ਵੇਲੇ ਕੰਬਾਈਨ ਚੱਲਦੀ ਆ ਉਹਦੀ ਆਵਾਜ਼ ਉਹਨੂੰ ਭੱਦੀ ਲੱਗਦੀ ਆ। ਤੇ ਜਾਂ ਜਿਸ ਵੇਲੇ ਫਿਰ ਉਹ ਮੋਟਰ ਦੇ ਔਲੂ ਵਾਲੀ ਆਵਾਜ਼ ਉਹਨੂੰ ਸੋਹਣੀ ਲੱਗਦੀ ਆ। ਪਰ ਜੇ ਸਬਮਰਸੀਬਲ ਆ ਗਿਆ ਤਾਂ ਉਹਦੀ ਚੁੱਪੀ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਸਨਾਟਾ ਜਿਹੜਾ ਹੈ ਉਹਨੂੰ ਉਹ ਬੜਾ ਡਰਾਉਣਾ ਲੱਗਦਾ ਹੈ। ਸਵਾਲ ਇਹ ਵੱਡੇ ਨੇ, ਵਿਚਾਰਨ ਵਾਲੇ ਨੇ ਕਿ ਇਸ ਪੱਖ ਤੋਂ ਵਿਚਾਰਨੇ। ਅਸੀਂ ਵਿਕਾਸ ਨੂੰ ਨਿੰਦਦਿਆਂ ਨਹੀਂ ਕਰ ਸਕਦੇ। ਹਾਂ, ਵਿਕਾਸ ਨੇ ਨਾਲ ਨਾਲ ਕੀ ਵਿਨਾਸ਼ ਕਰ ਦਿੱਤਾ। ਜਿਵੇਂ ਉਹ ਲਾਂਭਾ ਹੀ ਦੇ ਦਿੱਤਾ ਸਾਡੇ ਮੇਰੇ ਵੀਰ ਨੇ ਗੁਰਸੇਵਕ ਪ੍ਰੀਤ ਨੇ ਕਿ ਵਿਕਾਸ ਦੇ ਨਾਂ ਤੇ ਵਿਨਾਸ਼ ਰੈੱਡ ਕਲਰ ਦੇ ਵਿੱਚ ਫਿਰ ਉਹਨੇ ਉਹ ਲਿਖ ਕੇ ਲਾਇਆ ਤੇ ਸੁਆਹਾ, ਮਤਲਬ ਸੁਆਹ ਕਰ ਦਿੱਤਾ ਸਾਰੇ ਦਾ ਸਾਰਾ ਸਾਡੀਆਂ ਰਹਿਤਲਾਂ ਨੂੰ। ਸਾਡੇ ਉਹ, ਮੈਂ ਉਹਨੂੰ ਰੀਂਗਦੇ ਹੋਏ ਕੀੜਿਆਂ ਦੀ ਜ਼ਿੰਦਗੀ ਕਹੂੰਗਾ। ਪਰ ਜੋ ਹੋਇਆ ਉਹਦੇ ਵਿੱਚ ਅਮਾਨਵੀ ਕੀ ਹੋਇਆ ਉਹਨੂੰ ਕਿਤੇ ਨਾ ਕਿਤੇ ਲਿਖਦੇ ਹਾਂ। ਅਸੀਂ ਸਾਹਿਤਿਕ ਕਿਵੇਂ ਰਹਿਣਾ, ਅਸੀਂ ਸਾਹਿਤ ਕਿਵੇਂ ਬਣਾਉਣਾ, ਇਹ ਸਾਨੂੰ ਕਰਨਾ ਪਏਗਾ। ਆਖਰੀ ਬਾਬੇ ਨੂੰ ਪੜ੍ਹਦੇ ਹਾਂ, ਮੇਰੇ ਮਨ 'ਚ ਕੁਛ ਸਵਾਲ ਪੈਦਾ ਹੋਏ ਸੀਗੇ, ਕੁਛ ਲਿਖੇ ਜਾ ਰਹੇ ਨਾਵਲਾਂ ਨੂੰ ਲੈ ਕੇ, ਜਿਹਦੇ ਵਿੱਚੋਂ ਮੈਂ ਕੁਛ ਨਾਮ ਲਏ ਨੇ। ਹੈ ਨਾ, ਬਲਦੇਵ ਸੜਕਨਾਮਾ ਹੋਰਾਂ ਦੇ ਨਾਵਲ ਤੁਸੀਂ ਲੈ ਲਓ, ਉਹਨਾਂ ਨੇ ਇੱਕ ਆਪਣਾ ਵੱਖਰਾ ਹੀ ਪ੍ਰਯੋਗ ਕਰ ਦਿੱਤਾ। ਪਰ ਉਹਦੇ ਵਿੱਚੋਂ ਵੀ ਕਿਤੇ ਤੁਹਾਨੂੰ ਢਾਡੀਆਂ ਦੀਆਂ ਵਾਰਾਂ ਤਾਂ ਸੁਣਾਈ ਦੇ ਜਾਂਦੀਆਂ ਨੇ। ਪਰ ਜੇ ਕੁਛ ਸਾਹਿਤ ਵਰਗਾ, ਕੁਛ ਲਿਟਰੇਚਰ ਵਰਗਾ, ਕੁਛ ਤੁਹਾਡੀ ਭੁੱਖ ਮਿਟਾਉਣ ਵਰਗਾ, ਕੁਛ ਜਿਹੜੇ ਹੌਲ ਮੈਨੂੰ ਐਲੀਵੇਜ਼ਲ ਨੂੰ ਪੜ੍ਹਦੇ ਆ ਪੈਂਦੇ ਸੀਗੇ, ਹੌਲ ਜ਼ੋਰਬਾਦੀ ਗਰੀਕ ਨੂੰ ਪੜ੍ਹਦਿਆਂ ਪੈਂਦੇ ਨੇ, ਦੋਨ ਕੇ ਹੋਤੇ ਨੂੰ ਪੜ੍ਹਦਿਆਂ ਹੌਲ ਪੈਂਦੇ ਨੇ, ਅੰਨਾ ਕਰਨ ਇਹਨਾਂ ਨੂੰ ਪੜ੍ਹਦਿਆਂ ਹੌਲ ਪੈਂਦੇ ਨੇ, ਜਾਂ ਆਖਰੀ ਬਾਬੇ ਪੜ੍ਹਦਿਆਂ ਹੌਲ ਪਏ। ਉਹ ਹੌਲ ਨਹੀਂ ਪੈਂਦੇ। ਹੌਲ ਪੈਣਾ ਚਾਹੀਦਾ ਜਿਹਨੂੰ ਮੈਂ ਸੁਰ ਦਾ ਲਗਾਓ ਕਿਹਾ ਸੀ, ਸ਼ਬਦ ਦਾ ਲਗਾਓ ਕਿਹਾ ਸੀਗਾ। ਬਹੁਤ ਹੈ ਯਾਰ। ਥੈਂਕ ਯੂ ਵੈਰੀ ਮੱਚ।